गुरु प्यारी साध संगत जी, जिसमें है अमृत ज्ञान है, मानक भगत बैराग, श्री गुरु ग्रंथ साहिब उदद बंदो कर अनुराग। ऐसे ज्ञान दे सागर दसां पातशाहियां दी जोत श्री गुरु ग्रंथ साहिब जी ने मेहर करके सानू गुरु दे पास आके सजन दा इलाही बाणी नूं ते बाणी दीयां विचारां नूं सरवण करन दा सुभाग भरिया समा बख्शिया है। सो आओ गुरबाणी दी विचार नूं आपां शुरू करिए। प्रथम प्यार दे नाल आखो जी वाहिगुरु जी का खालसा, वाहिगुरु जी की फतेह। अज दा पावन हुक्मनामा गुरु अर्जन देव जी महाराज उन्हां दी रसना तो गायन किया होया है, जो कि सोरठ राग दे विच 625 अंग दे उपर साहिब श्री गुरु ग्रंथ साहिब जी विच अंकित है, दर्ज है। इस शब्द अंदर गुरु साहिब जी फरमाउंदे ने, सोरठ महला पंजवा, गुरपूरा नमस्कारे, प्रभ सभे काज सवारे। हर अपनी कृपा धारी, प्रपूरन पैज सवारी। अपने दास को भयो सहाई, सगल मनोरथ कीने करते, ऊणी बात न काई। जिन्हां ने भी पूरे गुरु नूं आके सजदा कीता, नमस्कार कीती या आराध्या है या याद कीता, गुरु ने उसदे सारे जिहड़े सभे काज ने सवार दिते ने ते अपनी किरपा करके उहदी पैज आ जिहड़ी रख दिती आ, सवारी आ। सतगुरु जी सदा ही अपने दासां ते मेहर भरी निगाह रखदे ने, संकट समय सहाई हुंदे ने, सगल मनोरथ पूरे करदे ने। गुरु दे सेवक नूं ਜਾਂ ਭਗਤ ਨੂੰ, परमात्मा ਦੇ ਪਿਆਰੇ ਨੂੰ ਕਿਸੇ ਵੀ ਬਾਤ ਦੀ ਕੋਈ ਤੋਟ ਨਹੀਂ ਰਹਿੰਦੀ, ਕਮੀ ਨਹੀਂ ਰਹਿੰਦੀ, ਊਣਤਾ ਹੀ ਨਹੀਂ ਰਹਿੰਦੀ। ਊਣੀ ਬਾਤ ਨਾ ਕਾਈ, ਇਹ ਕਿਹਾ ਹੈ ਗੁਰੂ ਅਰਜਨ ਦੇਵ ਜੀ ਨੇ। ਤੇ ਜਿਨ੍ਹਾਂ ਨੇ ਇੱਕ परमात्मा ਦੇ ਨਾਲ ਲਿਵ ਲਾਈ ਆ, ਉਹਨਾਂ ਨੇ ਸਰਬ ਫਲਾ ਪੁੰਨ ਪਾਇਆ। ਜਨ ਨਾਨਕ ਏਕ ਧਿਆਇਆ। जिन्हां ने एक दे नाल प्रीति पाई आ, एक नूं याद कीता, एक नूं सिमरिया है। जिवें कि भट्ट साहिबान बहुत सुंदर कहंदे ने गुरु अमरदास जी दे बारे, कहंदे ने, तै पढ़ियो एक मन, धरियो एक कर एक पछाणियो। नैण बैण मोह एक एक दो ठाए न जाणियो। सुपन एक परतख एक एक समय लीनो। कहंदे ने गुरु अमरदास जी, तुसी धन हो, सारी जिंदगी तुसी एक नूं पढ़िया है, एक नूं याद कीता, मन दे विच मन धरियो एक ते एक पछाणियो। ते सारी दुनिया नूं इस एक दा ही रूप समझिया है। कहंदे कमाल दी गल इह आ भी जदों तुसीं सौंदे हो ते तुहानूं सुपने भी एक दे ही आउंदे ने। सुपन एक परतख एक एक समय लीने। सुपन एक परतख एक एक समय लीनो। नैण बैण मोह एक एक दो ठाए ना जाणे। तुहाडे नेत्रां दे विच भी एक दा ही सुपना है, उहदी ही याद आ, उहदी ही प्रीत आ। तुहाडी जुबान ते भी
ਇੱਕ ਦੀਆਂ ਹੀ ਗੱਲਾਂ ਨੇ। ਜਦੋਂ ਤੁਸੀਂ ਸੌਂਦੇ ਹੋ ਤੁਹਾਨੂੰ ਸੁਪਨੇ ਵੀ ਇੱਕ ਦੇ ਆਉਂਦੇ ਨੇ। ਨੈਣ ਬੈਣ ਮੋਏ ਇੱਕ ਇੱਕ ਦੋਏ ਠਾਏ ਨਾ ਜਾਣਿਓ, ਦੂਜੀ ਦੀ ਕੋਈ ਗੱਲ ਨਹੀਂ। ਇਸ ਕਰਕੇ ਗੁਰੂ ਅਮਰਦਾਸ ਜੀ ਤੁਸੀਂ ਬਹੁਤ ਧੰਨ ਹੋ, ਧੰਨ ਹੋ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਂ ਇਹ ਬਣਿਆ ਵੈ। ਇਸ ਕਰਕੇ ਇੱਥੇ ਗੁਰੂ ਅਰਜਨ ਦੇਵ ਜੀ ਨੇ ਵੀ ਉਹੀ ਦੁਹਰਾਇਆ ਹੈ। ਕਹਿੰਦੇ ਆਪਣੇ ਦਾਸ ਕੋ ਭਇਓ ਸਹਾਈ, ਸਗਲ ਮਨੋਰਥ ਕੀਨੇ ਕਰਤੈ, ਊਣੀ ਬਾਤ ਨ ਕਾਈ। ਜਿਹੜੇ ਭਗਤ ਹੁੰਦੇ ਨੇ, ਰੱਬ ਦੇ ਪਿਆਰੇ ਹੁੰਦੇ ਨੇ, ਉਹਨਾਂ ਤੇ ਹਮੇਸ਼ਾ ਹੀ ਗੁਰੂ ਦੀ ਮਿਹਰ ਹੁੰਦੀ ਆ। ਜਿਵੇਂ ਕਿ ਭਗਤ ਸਦਨਾ ਜੀ ਹੋਏ, ਪਹਿਲਾਂ ਆਪ ਜੀ ਕਸਾਈ ਸਨ, ਮਾਸ ਵੱਢਣ ਦਾ ਕੰਮ ਕਰਦੇ ਸੀ, ਵੇਚਣ ਦਾ ਕਰਦੇ ਸੀ। ਇੱਕ ਦਿਨ ਕੀ ਹੋਇਆ ਕਿ ਰਾਤ ਨੂੰ ਜਦੋਂ ਆਪਣਾ ਕਿੱਤਾ ਕਰ ਰਹੇ ਸੀ, ਪਿਤਾ ਪੁਰਖੀ ਕਿੱਤਾ, ਅੱਗੇ ਦੀ ਅੱਗੇ ਮਾਸ ਵੇਚਣ ਦਾ ਕੰਮ, ਇੱਕ ਗ੍ਰਾਹਕ ਆਇਆ। ਉਹਨੇ ਆਖਿਆ ਕਿ ਮੈਨੂੰ ਮਾਸ ਚਾਹੀਦਾ ਹੈ। ਇਹਨਾਂ ਆਖਿਆ ਕਿ ਹੁਣ ਤੂੰ ਸਵੇਰੇ ਆ ਜਾਵੀਂ, ਮੈਂ ਤੈਨੂੰ ਸਵੇਰੇ ਦੇ ਦਿਆਂਗਾ। ਕਾਰਨ ਇਹ ਆ ਵੀ ਹੁਣ ਜੇ ਮੈਂ ਬੱਕਰੇ ਨੂੰ ਕੱਟਾਂਗਾ, ਉਹਦੇ ਵਿੱਚੋਂ ਤੂੰ ਅੱਧਾ ਮਾਸ ਲੈ ਜਾਏਗਾ, ਅੱਧਾ ਇੱਥੇ ਪਿਆ ਰਹਿ ਜਾਏਗਾ ਤੇ ਉਹ ਬੇਹਾ ਹੋ ਜਾਏਗਾ ਤੇ ਕੱਲ ਨੂੰ ਕਿਸੇ ਨੇ ਫਿਰ ਖਰੀਦਣਾ ਨਹੀਂ, ਤੂੰ ਕੱਲ ਨੂੰ ਆ ਜਾਈਂ। ਉਹ ਕਹਿਣ ਲੱਗਾ ਨਹੀਂ, ਮੈਨੂੰ ਤਾਂ ਹੁਣੇ ਹੀ ਚਾਹੀਦਾ ਹੈ। ਤਾਂ ਇਸ ਨੇ ਫਿਰ ਛੁਰੀ ਚੱਕੀ ਆਪਣੀ ਤੇ ਬੱਕਰੇ ਨੂੰ ਕੱਟਣਾ ਚਾਹਿਆ। ਕੱਟਣ ਲੱਗਾ, ਇਹਨੂੰ ਇਉਂ ਪ੍ਰਤੀਤ ਹੋਇਆ ਸਦਨਾ ਜੀ ਨੂੰ ਜਿਵੇਂ ਬੱਕਰਾ ਹੱਸਦਾ ਹੈ। ਇਹਨਾਂ ਦੇ ਮਨ ਨੂੰ ਉਵੇਂ ਪ੍ਰਮਾਤਮਾ ਨੇ ਕਰ ਦਿੱਤਾ। ਲੱਗਾ ਕਿ ਬੱਕਰਾ ਹੱਸ ਰਿਹਾ ਹੈ, ਇਵੇਂ ਪ੍ਰਤੀਤ ਹੋਇਆ ਹੱਸਦਾ। ਪੁੱਛਣ ਲੱਗੇ ਤੂੰ ਕਿਉਂ ਹੱਸਦਾ? ਅੱਗੋਂ ਬੋਲਿਆ, ਕਹਿੰਦਾ ਕਿ ਦੇਖ ਸਦਨੇ, ਹੁਣ ਤੂੰ ਮਾਸ ਵੇਚੇਂਗਾ, ਕੁਝ ਹਿੱਸਾ ਸਰੀਰ ਦਾ ਮੇਰਾ ਕੱਟੇਂਗਾ ਤੇ ਬਾਕੀ ਮੈਨੂੰ ਇਉਂ ਹੀ ਛੱਡ ਜਾਏਗਾ ਤੇ ਮੈਂ ਤੜਫਾਂਗਾ, ਕਿਉਂਕਿ ਤੂੰ ਚਾਹੁੰਦਾ ਹੈ ਵੀ ਸਵੇਰੇ ਆ ਕੇ ਅੱਧਾ ਕੱਟ ਲੂੰਗਾ, ਅੱਧਾ ਹੁਣ ਦੇ ਦਿੰਦਾ। ਇਸ ਕਰਕੇ ਕਹਿੰਦਾ ਕਿ ਮੈਂ ਬਹੁਤ ਤੜਫਾਂਗਾ ਸਾਰੀ ਰਾਤ। ਇਵੇਂ ਹੀ ਫਿਰ ਤੂੰ ਇੱਕ ਦਿਨ ਬੱਕਰਾ ਬਣੇਗਾ ਤੇ ਮੈਂ ਸਦਨਾ ਬਣਾਂਗਾ। ਬਹੁਤ ਵਾਰੀ ਇਵੇਂ ਹੁੰਦਾ ਰਿਹਾ, ਕਿਤੇ ਤੂੰ ਸਦਨਾ ਬਣਿਆ, ਕਿਤੇ ਮੈਂ ਸਦਨਾ ਬਣਿਆ, ਕਿਤੇ ਤੂੰ ਬੱਕਰਾ ਬਣਿਆ, ਕਿਤੇ ਮੈਂ। ਅੱਜ ਤੂੰ ਛੁਰੀ ਮੇਰੇ ਤੇ ਫੇਰੇਂਗਾ, ਕੱਲ ਨੂੰ ਮੇਰੀ ਵਾਰੀ ਆ ਜਾਏਗੀ, ਮੈਂ ਤਾਂ ਹੱਸਦਾ। ਐਵੇਂ ਫਿਰ ਜਿਹੜੀ ਛੁਰੀ ਸੀ ਜਿਹਦੇ ਨਾਲ ਕੱਟਣਾ ਸੀ ਉਸ ਬੱਕਰੇ ਨੂੰ, ਹੱਥੋਂ ਡਿੱਗ ਪਈ। ਕਹਿਣ ਲੱਗੇ ਜੇ ਐਵੇਂ ਹੀ ਆ, ਕਰਮਾਂ ਦਾ ਫਲ, ਕਰਮਾਂ ਦਾ ਚੱਕਰ ਜਿਹੜਾ ਮੁੜ ਕੇ ਬੰਦੇ ਨੂੰ ਬੀਜਿਆ ਹੀ ਵੱਢਣਾ ਪੈਂਦਾ। ਮੈਂ ਇਹ ਗੱਲਾਂ ਛੱਡੀਆਂ, ਇਹ ਧੰਦਾ ਛੱਡਿਆ ਮੈਂ। ਤਾਂ ਆਪ ਜੀ ਫਿਰ ਉਸ ਤੋਂ ਬਾਅਦ ਭਗਤੀ ਵਾਲੇ ਪਾਸੇ ਆਏ। ਉਸ ਤੋਂ ਬਾਅਦ ਆਪ ਜੀ ਨੇ ਫਿਰ ਕਿੱਤਾ ਕਰਨਾ ਸ਼ੁਰੂ ਕਰ ਦਿੱਤਾ, ਧਾਰਮਿਕ ਕਰਮ ਕਰਨੇ ਸ਼ੁਰੂ ਕਰ ਦਿੱਤੇ, ਯਾਤਰਾਵਾਂ ਤੀਰਥਾਂ ਦੀਆਂ ਕਰਨੀਆਂ ਸ਼ੁਰੂ ਕੀਤੀਆਂ। ਬਹੁਤ ਸਾਰੇ ਮਰੀਦ ਆਪ ਜੀ ਦੇ ਬਣੇ। ਇਸ ਕਰਕੇ ਗੁਰੂ ਮਹਾਰਾਜ ਦੇ ਐਸੇ ਐਸੇ ਭਗਤ ਹੋਏ ਜਿਨ੍ਹਾਂ ਦਾ ਜੀਵਨ ਬਦਲਿਆ ਇੱਕ ਘਟਨਾ ਕਰਕੇ। ਉਹ ਕਿਵੇਂ ਬਦਲਿਆ? ਕਰਤੈ ਪੁਰਖ ਤਾਲ ਦਿਵਾਇਆ। ਕਰਤੇ ਪੁਰਖ ਨੇ ਉਹਨਾਂ ਨੂੰ ਨਾਮ ਦਾ ਗੁਪਤ ਖਜ਼ਾਨਾ ਦਿੱਤਾ। ਕਿੱਥੇ? ਉਹਨਾਂ ਦੇ ਹਿਰਦੇ ਦੇ ਵਿੱਚ। ਪਿੱਛੇ ਲੱਗ ਚੱਲੀ ਮਾਇਆ, ਤੋਟ ਨ ਕਤਹੂੰ ਆਵੇ, ਮੇਰੇ ਪੂਰੇ ਸਤਿਗੁਰ ਭਾਵੇ। ਇਵੇਂ ਐਸੇ ਦਾਸਾਂ ਦੇ ਮਗਰ ਮਾਇਆ ਉਹਨਾਂ ਦੀ ਦਾਸੀ ਹੋ ਕੇ ਲੱਗ ਜਾਂਦੀ ਆ। ਤੋਟ ਨਹੀਂ ਆਉਂਦੀ ਕਿਸੇ ਗੱਲ ਦੀ, ਜੀਤੇ ਪੂਰੇ ਸਤਿਗੁਰ ਦੀ ਇੱਕ ਮਿਹਰ ਹੋ ਜਾਂਦੀ ਆ, ਕਿਰਪਾ ਹੋ ਜਾਂਦੀ ਆ। ਇਵੇਂ ਫਿਰ ਸਦਨਾ ਜੀ, ਭਗਤ ਜੀ ਯਾਤਰਾ ਕਰਦੇ ਕਰਦੇ ਵੱਖ ਵੱਖ ਦੇਸ਼ਾਂ ਦੇ ਵਿੱਚ ਗਏ, ਧਾਰਮਿਕ ਸਥਾਨਾਂ ਤੇ ਗਏ। ਇੱਕ ਇਸਤਰੀ ਦੇ ਘਰੇ ਚਲੇ ਗਏ ਜਿਹਦਾ ਪਤੀ ਘਰ ਨਹੀਂ ਸੀ ਤੇ ਭਿੱਖਿਆ ਮੰਗੀ। ਇਹਨਾਂ ਜਾ ਕੇ ਭਿੱਖਿਆ ਮੰਗੀ ਤੇ ਸਾਧੂ ਵੇਖ ਕੇ ਅੰਦਰ ਬੁਲਾ ਲਿਆ ਉਸ ਇਸਤਰੀ ਨੇ। ਇਸ ਕਰਕੇ ਝੂਠਾ ਇਲਜ਼ਾਮ ਲਗਾ ਕੇ ਰੌਲਾ ਪਾ ਦਿੱਤਾ
ਇੱਜ਼ਤ ਤੇ ਉਂਗਲ ਚੁੱਕ ਦਿੱਤੀ ਭਗਤ ਸਧਨਾ ਜੀ ਦੇ। ਰਾਜੇ ਨੂੰ ਫੜਾ ਦਿੱਤਾ ਜਾਣ ਬੁੱਝ ਕੇ। ਆਪਣੇ ਪਤੀ ਦਾ ਗਲਾ ਵੱਢ ਕੇ ਲੈ ਆਈ। ਕਹਿਣ ਲੱਗੀ, ਮੈਂ ਆਪਣੇ ਪਤੀ ਨੂੰ ਮਾਰ ਦਿੱਤਾ, ਹੁਣ ਤੈਨੂੰ ਕਿਸੇ ਗੱਲ ਦਾ ਕੋਈ ਡਰ ਨਹੀਂ, ਮੇਰੇ ਨਾਲ ਤੂੰ ਜੋ ਚਾਹਵੇ ਉਹ ਕਰ ਸਕਦਾ। ਤਾਂ ਸਧਨਾ ਜੀ ਕਹਿੰਦੇ, ਇਹ ਤੂੰ ਕੀ ਕੀਤਾ ਹੈ ਬੀਬੀ, ਬਹੁਤ ਗਲਤ ਕੀਤਾ, ਵਾਸ਼ਨਾ ਅਧੀਨ ਹੋ ਗਈ। ਇਸਨੇ ਆਖਿਆ, ਫਿਰ ਮੈਂ ਰੌਲਾ ਪਾ ਦੇਵਾਂਗੀ। ਰੌਲਾ ਪਾ ਕੇ ਰਾਜੇ ਕੋਲ ਖਬਰ ਕਰ ਦਿੱਤੀ। ਭਗਤ ਸਧਨਾ ਜੀ ਨੂੰ ਸਜ਼ਾ ਸੁਣਾਈ ਸੀ ਰਾਜੇ ਨੇ, ਇਹਨਾਂ ਦੇ ਹੱਥ ਵੱਢ ਦਿਓ। ਜਿਹੜੇ ਹੱਥਾਂ ਦੇ ਨਾਲ ਇਸਨੇ ਇਸ ਔਰਤ ਦੇ ਪਤੀ ਨੂੰ ਮਾਰਿਆ, ਹਾਲਾਂਕਿ ਪਤਨੀ ਨੇ ਆਪ ਮਾਰਿਆ ਸੀ। ਭਗਤ ਜੀ ਤੇ ਮੋਹਿਤ ਹੋ ਕੇ, ਪਰ ਭਗਤ ਜੀ ਨੇ ਆਖਿਆ, ਮੈਂ ਇਹ ਗਲਤ ਕਰਮ ਨਹੀਂ ਕਰ ਸਕਦਾ। ਤਾਂ ਰੌਲਾ ਪਾ ਦਿੱਤਾ। ਚੋਰ ਚੋਰ ਕਹਿ ਕੇ, ਦੁਰਾਚਾਰੀ ਕਹਿ ਕੇ, ਵਿਭਚਾਰੀ ਕਹਿ ਕੇ ਫੜਾ ਦਿੱਤਾ। ਹੁਕਮ ਹੋਇਆ ਕਿ ਸਧਨੇ ਦੇ ਹੱਥ ਵੱਢ ਦਿਓ, ਹੱਥ ਕੱਟ ਕੇ ਇਹਨੂੰ ਜੰਗਲ ਦੇ ਵਿੱਚ ਲੈ ਜਾਓ ਤੇ ਉੱਥੇ ਵੱਢ ਦਿਓ। ਜਲਾਦ ਲੈ ਗਏ, ਹੱਥ ਕੱਟ ਦਿੱਤੇ। ਇਸ ਕਰਕੇ ਭਗਤ ਸਧਨਾ ਜੀ ਅੱਜ ਕਹਿ ਰਹੇ ਨੇ, ਕਹਿੰਦੇ ਜਦੋਂ ਤੂੰ ਵੱਢਦਾ ਸੀ, ਕੱਟਦਾ ਸੀ ਬੱਕਰਿਆਂ ਨੂੰ, ਉਹਨਾਂ ਨੂੰ ਕਿੰਨਾ ਦਰਦ ਹੋਵੇਗਾ। ਅੱਜ ਤੇਰੇ ਗੁੱਟ ਕੱਟੇ ਗਏ ਤੇਰੇ ਕੀਤੇ ਕਰਮਾਂ ਕਰਕੇ, ਤੇਰੇ ਹੱਥ ਵੱਢ ਦਿੱਤੇ ਜਲਾਦਾਂ ਨੇ। ਜਿਵੇਂ ਤੂੰ ਕਦੇ ਬੱਕਰਿਆਂ ਦੇ ਛੁਰੀਆਂ ਫੇਰਦਾ ਸੀ, ਤੂੰ ਆਪਣਾ ਕੀਤਾ ਹੀ ਪਾਇਆ ਹੈ। ਇਸ ਕਰਕੇ ਭਗਤ ਸਧਨਾ ਜੀ ਇਵੇਂ ਜਦੋਂ ਵਿਚਾਰ ਕਰ ਰਹੇ ਨੇ ਤਾਂ ਜਗਨਨਾਥਪੁਰੀ ਦੇ ਮੰਦਿਰਾਂ 'ਚ ਪੁਜਾਰੀ ਸਨ। ਉੱਥੋਂ ਇੱਕ ਆਕਾਸ਼ ਬਾਣੀ ਹੋਈ ਆ। ਕਹਿਣ ਲੱਗੇ, ਮੇਰਾ ਜਿਹੜਾ ਭਗਤ ਆ ਉਹ ਫਲਾਣੇ ਜੰਗਲ ਦੇ ਵਿੱਚ ਬੈਠਾ, ਉਹਨੂੰ ਲੈ ਕੇ ਆਓ ਪਾਲਕੀ 'ਚ ਸਜਾ ਕੇ, ਫਿਰ ਬ੍ਰਾਹਮਣੋਂ ਤੁਹਾਡੀ ਪੂਜਾ ਕਬੂਲ ਹੋਣੀ ਆ। ਇਹ ਬ੍ਰਾਹਮਣ ਗਏ, ਪਾਲਕੀ 'ਚ ਬਿਠਾ ਕੇ ਲੈ ਕੇ ਆਉਂਦਾ। ਉਹ ਕੱਟੇ ਹੋਏ ਹੱਥ ਜਿਹੜੇ ਸਨ ਜਲਾਦਾਂ ਨੇ, ਉਹ ਪਰਮਾਤਮਾ ਨੇ ਕਰਤੈ ਪੁਰਖ ਤਾਲ ਦਿਵਾਇਆ, ਆਪਣੇ ਦਾਸ ਕੋ ਭਇਓ ਸਹਾਈ। ਉਹਨਾਂ ਦੇ ਹੱਥ ਜਿਹੜੇ ਜਿਵੇਂ ਕਿ ਡਾਣੀਆਂ ਉੱਗਦੀਆਂ ਨੇ, ਕੱਟੀਆਂ ਹੋਈਆਂ, ਫਿਰ ਕਰੂੰਬਲਾਂ ਫੁੱਟਦੀਆਂ ਨੇ, ਇਵੇਂ ਫੁੱਟ ਆਏ ਹੱਥ ਉਹਨਾਂ ਦੇ। ਪ੍ਰਭੂ ਨੇ ਆਪਣੇ ਦਾਸ ਦੀ ਲਾਜ ਰੱਖੀ। ਗੁਰੂ ਮਹਾਰਾਜ ਨੇ ਆਪਣੇ ਸਧਨਾ ਜੀ ਦੀ, ਭਗਤ ਜੀ ਦੀ ਇਵੇਂ ਲਾਜ ਰੱਖੀ। ਫਿਰ ਉਹਨਾਂ ਦਾ ਨਾਮ ਚਮਕਿਆ, ਜਿਨ੍ਹਾਂ ਦੀ ਅੱਜ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ। ਕਹਿੰਦੇ ਹਨ ਆਪ ਜੀ ਕਿ ਪਰਮਾਤਮਾ ਦੇ ਕੀਤੇ ਹੋਏ ਜਿਹੜੇ ਕਰਮ ਨੇ, ਉਹਦੀਆਂ ਦਿੱਤੀਆਂ ਹੋਈਆਂ ਬਖਸ਼ਿਸ਼ਾਂ ਨੇ, ਉਹਨਾਂ ਦਾ ਸਾਨੂੰ ਸ਼ੁਕਰ ਕਰਨਾ ਚਾਹੀਦਾ ਹੈ। ਔਸਰ ਲੱਜਾ ਰਾਖ ਲਿਹੋ ਸਧਨਾ ਜਨ ਤੋਰਾ, ਮੈਂ ਨਾਹੀ ਕਛ ਹਉ ਨਹੀਂ, ਕਿਛ ਆਹੇ ਨਾ ਮੋਰਾ। ਔਸਰ ਲੱਜਾ ਰਾਖ ਲਿਹੋ ਸਧਨਾ ਜਨ ਤੋਰਾ। ਹੇ ਗੁਰੂ ਮਹਾਰਾਜ, ਮੇਰੇ ਵਿੱਚ ਕੁਝ ਵੀ ਨਹੀਂ ਇਹੋ ਜਿਹਾ ਵੀ ਕੋਈ ਮੇਰੇ 'ਚ ਗੁਣ ਹੋਵੇ। ਇਸ ਕਰਕੇ ਤੂੰ ਮੈਨੂੰ ਰੱਖ ਲਵੀਂ, ਇਸ ਸੰਸਾਰ ਦੇ ਵੱਲੋਂ ਬਚਾ ਲਵੀਂ ਡੁੱਬਣ ਤੋਂ, ਚਿੱਕੜ ਤੋਂ, ਵਿਸ਼ਿਆਂ ਤੋਂ, ਵਿਕਾਰਾਂ ਤੋਂ। ਮੈਂ ਤੇਰਾ ਸਧਨਾ ਬਣ ਕੇ ਤੇਰੇ ਦਰ ਤੇ ਆਇਆ ਹਾਂ। ਔਸਰ ਲੱਜਾ ਰਾਖ ਲਿਹੋ ਸਧਨਾ ਜਨ ਤੋਰਾ। ਇੱਥੇ ਗੁਰੂ ਅਰਜਨ ਦੇਵ ਜੀ ਕਹਿੰਦੇ, ਪ੍ਰਮਾਤਮਾ ਹਮੇਸ਼ਾ ਹੀ ਆਪਣੇ ਦਾਸਾਂ ਦੀ, ਆਪਣੇ ਸੇਵਕਾਂ ਦੀ ਲਾਜ ਰੱਖਦਾ। ਭਗਤ ਪ੍ਰਹਿਲਾਦ ਦੀ ਰੱਖੀ, ਭਗਤ ਧਰੂ ਦੀ ਰੱਖੀ, ਭਗਤ ਫਰੀਦ ਜੀ ਦੀ ਰੱਖੀ ਲੱਜਿਆ, ਭਗਤ ਕਬੀਰ ਜੀ ਦੀ ਰੱਖੀ, ਇਵੇਂ ਹੀ ਭਗਤ ਨਾਮਦੇਵ ਜੀ ਦੀ ਰੱਖੀ। ਕਹਿਣ ਦਾ ਭਾਵ ਇਹ ਆ, ਹਮੇਸ਼ਾ ਹੀ ਇੱਕ ਯੁੱਗ ਦੇ ਵਿੱਚ ਨਹੀਂ, ਜਿੰਨੇ ਵੀ ਅੱਜ ਤੱਕ ਯੁੱਗ ਹੋਏ, ਜਿੰਨੇ ਵੀ ਭਗਤ ਹੋਏ, ਹਮੇਸ਼ਾ ਹੀ ਲੱਜਿਆ ਰੱਖੀ ਆ। ਆਪਣੇ ਦਾਸ ਕੋ ਭਇਓ ਸਹਾਈ, ਸਗਲ ਮਨੋਰਥ ਕੀਨੇ ਕਰਤੈ, ਊਣੀ ਬਾਤ ਨ ਕਰੀ। ਕਰਤੈ ਪੁਰਖ ਤਾਲ ਦਿਵਾਇਆ, ਪਿੱਛੇ ਲਗ ਚੱਲੀ ਮਾਇਆ। ਤੋਟ ਨ ਕਤਹੂੰ ਆਵੈ, ਮੇਰੇ ਪੂਰੇ ਸਤਿਗੁਰ ਭਾਵੈ। ਸਿਮਰ ਸਿਮਰ ਦਇਆਲਾ, ਸਭ ਜੀ ਭਏ ਕਿਰਪਾਲਾ।
जय जयकार गुसाई जिन पूरी बनत बनाई। ऐसे मालक नूं सिमर सिमर के सारे जीआं ते किरपा हुंदी आ। ਜਿਹੜਾ ਉਹਦਾ ਨਾਮ ਜਪਦੇ ਨੇ ਉਹਨਾਂ ਦੀ ਜੈ ਜੈਕਾਰ ਹੋ ਜਾਂਦੀ ਆ। ਤੂੰ ਭਾਰੋ ਸੁਆਮੀ ਮੇਰਾ, ਇਹ ਸੁਆਮੀ ਤੂੰ ਬਹੁਤ ਵੱਡਾ ਹੈ। ਵਾਹਿਗੁਰੂ ਤੂੰ ਬੇਅੰਤ ਹੈ, ਇਹ ਪੁੰਨ ਪਦਾਰਥ ਤੇਰਾ। ਜੋ ਵੀ ਤੂੰ ਮੈਨੂੰ ਦਿੱਤਾ ਬਖਸ਼ਿਆ ਇਹ ਸਭ ਤੇਰਾ ਹੀ ਆ। ਜਨ ਨਾਨਕ ਏਕ ਧਿਆਇਆ, ਸਰਬ ਫਲਾ ਪੁੰਨ ਪਾਇਆ। ਗੱਲ ਹੈ ਇੱਕ ਨਾਲ ਜੁੜਨ ਦੀ। ਜਿਨ੍ਹਾਂ ਨੇ ਇੱਕ ਨੂੰ ਧਿਆਇਆ, ਜਿਨ੍ਹਾਂ ਨੇ ਇੱਕ ਨੂੰ ਯਾਦ ਕੀਤਾ, ਉਹਨਾਂ ਨੇ ਸਰਬ ਫਲਾ ਪੁੰਨ ਪਾਇਆ। ਸਾਰੇ ਫਲ ਸਾਰੇ ਪੁੰਨ ਉਹਨਾਂ ਨੂੰ ਪ੍ਰਾਪਤ ਹੋਏ ਆ। ਗੱਲ ਹੈ ਇੱਕ ਨੂੰ ਯਾਦ ਕਰਨ ਦੀ, ਇੱਕ ਨਾਲ ਜੁੜਨ ਦੀ। ਤਾਂ ਹੁਣ ਇਨਸਾਨ ਦੀ ਕੀ ਫਿਤਰਤ ਆ, ਗੁਰੂ ਮਹਾਰਾਜ ਨੇ ਤਾਂ ਕਹਿ ਦਿੱਤਾ ਕਿ ਜਿਨ੍ਹਾਂ ਨੇ ਇੱਕ ਨੂੰ ਧਿਆਇਆ, ਇੱਕ ਨੂੰ ਯਾਦ ਕੀਤਾ, ਇੱਕ ਨੂੰ ਸਿਮਰਿਆ, ਉਹਨਾਂ ਨੂੰ ਇਹ ਚੀਜ਼ਾਂ ਪ੍ਰਾਪਤ ਹੋਈਆਂ ਨੇ। ਪਰ ਇਨਸਾਨ ਕੀ ਕਰਦਾ, ਉਹਦਾ ਭਰੋਸਾ ਨਹੀਂ ਹੈਗਾ, ਪਰਮਾਤਮਾ ਤੇ ਵੀ ਹੈ ਨਹੀਂ, ਉਹਦਾ ਭਰੋਸਾ ਹੈ ਨਹੀਂ, ਗੁਰੂ ਤੇ ਵੀ ਹੈ ਨਹੀਂ, ਉਹਦਾ ਭਰੋਸਾ ਹੈ ਨਹੀਂ, ਆਪਣੇ ਆਪ ਤੇ ਵੀ ਹੈ ਨਹੀਂ, ਉਹਦਾ ਭਰੋਸਾ ਹੈ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜਿੰਨੇ ਗੁਰੂਆਂ ਦੀ ਬਾਣੀ ਆ, ਜਿੰਨੇ ਭੱਟਾਂ ਦੀ ਬਾਣੀ ਆ, ਜਿੰਨੇ ਭਗਤਾਂ ਦੀ ਬਾਣੀ ਆ, ਜਿੰਨੇ ਗੁਰਸਿੱਖਾਂ ਦੀ ਬਾਣੀ ਆ, ਉਹਨਾਂ ਤੇ ਵੀ ਹੈ ਨਹੀਂ। ਇਸ ਕਰਕੇ ਕਦਮ ਕਦਮ ਦੇ ਬਾਅਦ ਬੰਦਾ ਡੋਲਦਾ, ਕਦਮ ਕਦਮ ਦੇ ਵਿੱਚ ਇੱਕ ਇੱਕ ਕਦਮ ਡੋਲਦਾ ਹੈ। ਡੋਲਦਿਆਂ ਜ਼ਿੰਦਗੀ ਚੱਲਦੀ ਆ। ਇਨਸਾਨ ਦੇ ਸੁਪਨੇ ਬਹੁਤ ਨੇ, ਆਸਾਵਾਂ ਬਹੁਤ ਨੇ, ਇੱਛਾਵਾਂ ਬਹੁਤ ਨੇ। ਜਦੋਂ ਹੀ ਉਹ ਪੂਰੀਆਂ ਨਹੀਂ ਹੁੰਦੀਆਂ, ਅਧੂਰੀਆਂ ਰਹਿੰਦੀਆਂ ਨੇ, ਉਦੋਂ ਇਹਦਾ ਭਰੋਸਾ ਹੀ ਟੁੱਟ ਜਾਂਦਾ। ਇਨਸਾਨ ਸਮਝਦਾ ਹੀ ਨਹੀਂ ਕਿ ਬੰਦੇ ਦੀ ਹਰ ਤਮੰਨਾ ਪੂਰੀ ਨਹੀਂ ਹੁੰਦੀ। ਮਹਾਤਮਾ ਬੁੱਧ ਜੀ ਕਿਹਾ ਕਰਦੇ ਸੀ, ਕਹਿਣਾ ਸੰਸਾਰ ਦੁੱਖਾਂ ਦਾ ਘਰ ਆ। ਜਿਹੜੀ ਦੁਨੀਆ ਇਹ ਦੁੱਖਾਂ ਦਾ ਘਰ ਆ। ਇੱਥੇ ਕੋਈ ਵੀ ਵਿਅਕਤੀ ਕਦੇ ਸੁਖੀ ਨਹੀਂ ਹੋ ਸਕਦਾ। ਪੂਰਨ ਰੂਪ ਦੇ ਵਿੱਚ ਨਾਨਕ ਦੁਖੀਆ ਸਭ ਸੰਸਾਰ। ਮਹਾਤਮਾ ਬੁੱਧ ਜੀ ਕਿਹਾ ਕਰਦੇ ਸੀ, ਸੰਸਾਰ ਦੁੱਖਾਂ ਦਾ ਘਰ ਆ। ਗੁਰੂ ਨਾਨਕ ਸਾਹਿਬ ਜੀ ਨੇ ਵੀ ਇਹੀ ਕਿਹਾ। ਇੱਥੇ ਲੋਕ ਰੋਂਦੇ ਆਉਂਦੇ ਨੇ, ਰੋਂਦੇ ਹੀ ਜ਼ਿੰਦਗੀ ਜਿਉਂਦੇ ਨੇ, ਰੋਂਦੇ ਜਾਂਦੇ ਨੇ। ਇਸ ਕਰਕੇ ਨਾ ਫਿਰ ਕਹਿੰਦੇ 100 ਦਾ ਅੰਕੜਾ ਜਿਹੜਾ ਹੁੰਦਾ ਉਹ ਇੱਕ ਨਾਲੋਂ ਹਮੇਸ਼ਾ ਵੱਡਾ ਹੁੰਦਾ। 100 ਦੀ ਗਿਣਤੀ ਇੱਕ ਦੇ ਨਾਲੋਂ ਹਮੇਸ਼ਾ ਵੱਡੀ ਹੁੰਦੀ ਹੈ। ਇਨਸਾਨ ਵੱਡੀਆਂ ਖੁਸ਼ੀਆਂ ਲੱਭਦਾ ਹੈ, ਵੱਡੀਆਂ ਨਹੀਂ, ਬਹੁਤ ਵੱਡੀਆਂ ਖੁਸ਼ੀਆਂ। ਨਿੱਕੀਆਂ ਨਿੱਕੀਆਂ ਗੱਲਾਂ ਜਿਹੜੀਆਂ ਨੇ, ਨਿੱਕੀਆਂ ਨਿੱਕੀਆਂ ਖੁਸ਼ੀਆਂ, ਉਹਨਾਂ ਨੂੰ ਵਿਸਾਰ ਹੀ ਦਿੰਦਾ। ਇਸ ਕਰਕੇ ਕਿਹਾ ਜਾਂਦਾ 100 ਦਾ ਅੰਕੜਾ ਇੱਕ ਨਾਲੋਂ ਵੱਡਾ ਹੁੰਦਾ। 100 ਨਿੱਕੀਆਂ ਖੁਸ਼ੀਆਂ ਇੱਕ ਵੱਡੀ ਖੁਸ਼ੀ ਨਾਲੋਂ ਵੱਡੀਆਂ ਹੁੰਦੀਆਂ ਨੇ। ਇਸ ਕਰਕੇ ਤੁਸੀਂ ਬਹੁਤ ਵੱਡੀ ਖੁਸ਼ੀ ਮਗਰ ਨਾ ਪੈ ਜਾਣਾ ਵੀ ਸਾਨੂੰ ਵੱਡੀ ਖੁਸ਼ੀ ਮਿਲੇਗੀ, ਅਸੀਂ ਤਾਂ ਖੁਸ਼ ਹੋਵਾਂਗੇ। ਨਿੱਕੀਆਂ ਨਿੱਕੀਆਂ ਗੱਲਾਂ ਵਿੱਚੋਂ ਖੁਸ਼ੀਆਂ ਲੱਭਣੀਆਂ, ਨਿੱਕੀਆਂ ਨਿੱਕੀਆਂ ਖੁਸ਼ੀਆਂ ਵਿੱਚ ਖੁਸ਼ ਰਹਿਣਾ ਸਿੱਖ ਲੈਣਾ। ਇਸ ਕਰਕੇ ਵੱਡੀ ਖੁਸ਼ੀ ਨੂੰ ਉਡੀਕਣਾ ਨਾ ਵੀ ਵੱਡੀ ਖੁਸ਼ੀ ਆਵੇਗੀ ਤੇ ਮੈਂ ਖੁਸ਼ ਰਹਾਂਗਾ, ਇਵੇਂ ਹੋਵੇਗਾ ਤਾਂ ਮੈਂ ਖੁਸ਼ ਰਹਾਂਗਾ। ਨਿੱਕੀਆਂ ਨਿੱਕੀਆਂ ਗੱਲਾਂ, ਨਿੱਕੀਆਂ ਨਿੱਕੀਆਂ ਖੁਸ਼ੀਆਂ, ਸਦ ਖੁਸ਼ੀਆਂ ਕੀਰਤਨ ਜਪ ਨਾਮ ਤੁਹਾਡੇ ਜੀਵਨ ਦੇ ਵਿੱਚ ਰੰਗ ਭਰ ਦਿੰਦੀਆਂ ਨੇ। ਬਹੁਤੇ ਲੋਕ ਐਸੇ ਹਨ ਗੁਰਸਿੱਖ ਪਿਆਰਿਓ, ਜਿਹੜੇ ਉਡੀਕਦੇ ਨੇ ਕਿਸੇ ਵੱਡੀ ਖੁਸ਼ੀ ਨੂੰ, ਜਿਹੜੇ ਜਿਉਂਦੇ ਨੇ ਕੱਲ੍ਹ ਦੇ ਵਿੱਚ, ਕਹਿੰਦੇ ਨੇ ਕਿ ਸਾਡਾ ਕੱਲ੍ਹ ਹੋਵੇਗਾ ਬਿਹਤਰ, ਆਉਣ ਵਾਲਾ ਸਮਾਂ ਤੇ ਉਦੋਂ ਜਿਉਵਾਂਗੇ। ਸਭ ਕੁਝ ਕੱਲ੍ਹ ਦੇ ਵਿੱਚ ਹੀ ਆ। ਬੱਚਿਆਂ ਦੇ ਵਿਆਹ ਕਰਨੇ ਨੇ ਕੱਲ੍ਹ 'ਚ ਨੇ, ਅਸੀਂ ਘਰ ਬਣਾਉਣਾ ਨਵਾਂ ਉਹ ਕੱਲ੍ਹ 'ਚ ਵੀ ਕੱਲ੍ਹ ਨੂੰ ਬਣਾਵਾਂਗੇ, ਅਸੀਂ ਉਹਦੇ ਵਿੱਚ ਰਹਾਂਗੇ, ਖੁਸ਼ੀਆਂ ਮਿਲਣਗੀਆਂ, ਕੱਲ੍ਹ ਵਾਲੀਆਂ ਗੱਲਾਂ ਨੇ। ਫਿਰ ਅੱਗੇ ਬੱਚਿਆਂ ਦੇ ਗਾਂਹ ਬੱਚੇ ਹੋਣਗੇ, ਉਹਨਾਂ ਨਾਲ ਖੇਡਾਂਗੇ, ਉਹਨਾਂ ਨੂੰ ਚੁੱਕਾਂਗੇ, ਕੱਲ੍ਹ 'ਚ ਹੀ ਸਾਰਾ ਕੁਝ ਪਿਆ। ਖੁਸ਼ੀ ਕਦੇ ਵੀ ਕੱਲ੍ਹ 'ਚ ਨਹੀਂ ਹੁੰਦੀ। ਕਾਲ ਕਰੰਤਾ ਅਬ ਹੈ ਕਰ,
ਅਬ ਕਰਤਾ ਸੋਇ ਤਾਲ, ਪਾਛੈ ਕਛੂ ਨਾ ਹੋਏਗਾ, ਜੋ ਸਿਰ ਪਰ ਆਵੇ ਕਾਲ। ਜਿਉਣਾ ਤੇ ਜ਼ਿੰਦਗੀ ਅੱਜ ਚ ਹੁੰਦੀ ਆ, ਕੱਲ ਚ ਕਾਲ ਹੀ ਹੁੰਦਾ। ਕੀ ਪਤਾ ਕੱਲ ਹੋਵੇ ਜਾਂ ਨਾ ਹੋਵੇ, ਕੀ ਪਤਾ ਕੱਲ ਹੋਵੇ ਜਾਂ ਨਾ ਹੋਵੇ। ਇਸ ਕਰਕੇ ਇਨਸਾਨ ਜਿਹੜਾ ਹੈ ਨਾ, ਉਹ ਮੂਰਖਤਾ ਭਰੀਆਂ ਗੱਲਾਂ ਦੇ ਵਿੱਚ ਜ਼ਿੰਦਗੀ ਕੱਟ ਰਿਹਾ ਹੈ। ਉਹਨੂੰ ਜ਼ਿੰਦਗੀ ਜਿਉਣੀ ਨਹੀਂ ਆ ਰਹੀ। ਉਹ ਕੱਲ ਬਾਰੇ ਸੋਚੀ ਜਾਂਦਾ, ਜਾਂ ਬੀਤੇ ਕੱਲ ਬਾਰੇ ਜਾਂ ਆਉਣ ਵਾਲੇ ਕੱਲ ਬਾਰੇ। ਬੀਤੇ ਕੱਲ ਬਾਰੇ ਸੋਚੇਗਾ, ਇਵੇਂ ਮੇਰੇ ਨਾਲ ਹੋਇਆ ਸੀ, ਮਿਲਿਆ ਸੀ, ਕੁਝ ਵਿਛੜ ਗਿਆ, ਵਿਛੜਿਆ ਸੀ ਜਾਂ ਮਿਲਿਆ ਸੀ। ਆਉਣ ਵਾਲੇ ਸਮੇਂ ਬਾਰੇ ਸੋਚੇਗਾ ਤਾਂ ਇਨਸਾਨ ਦੀ ਜ਼ਿੰਦਗੀ, ਭਗਤ ਜੀ ਕਹਿੰਦੇ, ਕੱਲ ਵਿੱਚ ਹੁੰਦੀ ਆ, ਅੱਜ 'ਚ ਨਹੀਂ ਹੁੰਦੀ। ਇਹ ਬਹੁਤ ਵੱਡੀ ਖੁਸ਼ੀ ਨੂੰ ਵੱਡੀ ਖੁਸ਼ੀ ਕਹਿੰਦਾ, ਨਿੱਕੀ ਖੁਸ਼ੀ ਨੂੰ ਮਿਣਦਾ ਹੀ ਨਹੀਂ, ਗਿਣਦਾ ਹੀ ਨਹੀਂ, ਤੋਲਦਾ ਹੀ ਨਹੀਂ, ਮਾਪਦਾ ਹੀ ਨਹੀਂ। ਇਸ ਕਰਕੇ ਮਹਾਤਮਾ ਬੁੱਧ ਜੀ ਜਾਂ ਜਿੰਨੇ ਗੁਰੂ ਸਾਹਿਬਾਨ ਹੋਏ, ਸਾਰਿਆਂ ਨੇ ਆਖਿਆ, ਕਹਿੰਦੇ ਇੱਥੇ ਕੋਈ ਵੀ ਸੁਗੀ ਨਹੀਂ, ਸਹੰਸਰ ਦਾਨ ਦੇ ਇੰਦਰ ਰਵਾਇਆ, ਪਰਸ ਰਾਮ ਰੋਵੇ ਕਰ ਆਇਆ। ਅਜੈ ਸੋ ਰੋਵੇ ਭੀਖਿਆ ਖਾਏ, ਐਸੀ ਦਰਗਹਿ ਮਿਲੇ ਸਜਾਏ। ਰੋਵੇ ਰਾਮ ਨਿਕਾਲਾ ਪਿਆ, ਸੀਤਾ ਲਖਮਣ ਵਿਛੜ ਗਿਆ। ਰਾਮਚੰਦਰ ਵੀ ਰੋਏ ਜਦੋਂ ਬਨਵਾਸ ਮਿਲਿਆ। ਸਹੰਸਰ ਦਾਨ ਦੇ ਇੰਦਰ ਰਵਾਇਆ, ਇੰਦਰ ਵੀ ਰੋਇਆ। ਪਰਸਰਾਮ ਰੋਵੇ ਘਰੇ ਆਇਆ, ਪਰਸਰਾਮ ਵੀ ਰੋ ਕੇ ਘਰੇ ਆਇਆ ਸੀ। ਅਜੈ ਨੂੰ ਵੀ ਰੋਣਾ ਪਿਆ ਜਦੋਂ ਭਿੱਖਿਆ ਦੇ ਵਿੱਚ ਕੁਝ ਮਿਲਿਆ ਨਹੀਂ, ਬੈਸਟਾ ਮਿਲੀ ਆ। ਇਸ ਕਰਕੇ ਰੋਵੇ ਦਹਿ ਸਿਰ ਲੰਕ ਗਵਾਏ। ਰਾਵਣ ਵੀ ਕਹਿੰਦੇ ਰੋਇਆ ਸੀ ਜਦੋਂ ਉਹਦੀ ਲੰਕਾ ਸਾੜਤੀ ਸੀ, ਜਦੋਂ ਉਹਨੂੰ ਲੰਕਾ ਗਵਾਉਣੀ ਪਈ ਹੱਥੋਂ, ਸੋਨੇ ਦੀ ਬਣੀ ਹੋਈ, ਉਹ ਵੀ ਰੋਇਆ ਸੀ। ਸੀਤਾ ਲਖਮਣ ਵਿਛੜ ਗਿਆ, ਸੀਤਾ ਵੀ ਰੋਈ, ਲਖਮਣ ਵੀ ਰੋਇਆ, ਰਾਮਚੰਦਰ ਵੀ ਰੋਏ ਬਨਵਾਸ ਲੈ ਕੇ। ਇਸ ਕਰਕੇ ਇਹ ਕਹਿ ਰਹੇ ਨੇ ਕਿ ਜਿਨ ਸੀਤਾ ਆਉਂਦੀ ਡੋਰੂ ਵਾਏ, ਰੋਵੇ ਪਾਂਡਵ ਭਏ ਮਜੂਰ, ਜਿਨ ਕੈ ਸੁਆਮੀ ਰਹਿਤ ਹਦੂਰ। ਉਹ ਪਾਂਡਵ ਭਰਾ ਭੀਮ, ਯੁਧਿਸ਼ਟਰ ਵਰਗੇ, ਜਿਨ੍ਹਾਂ ਦੇ ਕੋਲੇ ਕ੍ਰਿਸ਼ਨ ਜੀ ਰਹਿੰਦੇ ਸੀ, ਉਹ ਵੀ ਰੋਏ। ਜਿਨ ਕੈ ਸੁਆਮੀ ਰਹਿਤ ਹਜੂਰ, ਜਿਹੜੇ 8 ਪਹਿਰ ਰਹਿੰਦੇ ਸੀ ਆਪਣੇ ਮੁਰਸ਼ਦ ਕੋਲੇ, ਸੁਆਮੀ ਕੋਲੇ, ਕ੍ਰਿਸ਼ਨ ਕੋਲੇ, ਉਹ ਵੀ ਰੋਏ। ਇਸ ਕਰਕੇ ਬਾਲੀ ਰੋਵੇ ਨਾਹੀਂ ਪਤਾਰ, ਨਾਨਕ ਦੁਖੀਆ ਸਭ ਸੰਸਾਰ। ਇਸਤਰੀ ਰੋਂਦੀ ਆ ਜਦੋਂ ਦੇ ਸਿਰ ਤੇ ਸਾਇਆ ਨਹੀਂ ਰਹਿੰਦਾ ਪਤੀ ਦਾ। ਪਤੀ ਰੋਂਦਾ ਹੈ ਜਦੋਂ ਇਸਤਰੀ ਉਹਨੂੰ ਕੁਝ ਬੋਲਦੀ ਹੈ, ਉਦੋਂ ਸਹਾਰੇ ਨਹੀਂ ਜਾਂਦੇ ਬੋਲ, ਉਦੋਂ ਸਟ੍ਰੈਸ ਦੇ ਵਿੱਚ ਆ ਜਾਂਦਾ। ਇਨਸਾਨ ਰੋਂਦਾ ਹੈ, ਬੰਦਾ ਰੋਂਦਾ ਹੈ ਮਾਇਆ ਹੱਥੋਂ ਗਵਾ ਕੇ। ਮਾਇਆ ਗਈ ਤਬ ਰੋਵਨ ਲਗਤ ਹੈ। ਇਸਤਰੀ ਰੋਂਦੀ ਹੈ ਜਦੋਂ ਉਹਨੂੰ ਉਹਦੀ ਬਣਦੀ ਇੱਜ਼ਤ ਨਹੀਂ ਮਿਲਦੀ, ਸਤਿਕਾਰ ਨਹੀਂ ਮਿਲਦਾ ਘਰ ਦੇ ਵਿੱਚ, ਉਹਦੀ ਸੁਣੀ ਨਹੀਂ ਜਾਂਦੀ, ਉਦੋਂ ਰੋਂਦੀ ਹੈ। ਨਾਨਕ ਦੁਖੀਆ ਸਭ ਸੰਸਾਰ। ਇਸ ਕਰਕੇ ਕਿਹਾ ਜਾਂਦਾ, ਤੁਸੀਂ ਬਹੁਤ ਵੱਡੀਆਂ ਖੁਸ਼ੀਆਂ ਲੱਭਣ ਨਾ ਤੁਰ ਪੈਣਾ। ਬਹੁਤ ਵੱਡੀ ਖੁਸ਼ੀ ਆਊਗੀ ਤਾਂ ਮੈਂ ਖੁਸ਼ ਹੋਊਂਗਾ। ਮਕਾਨ ਹਜੇ ਕੱਚਾ ਹੈ ਤੇ ਪੱਕਾ ਬਣੇਗਾ ਤੇ ਫਿਰ ਮੈਂ ਜਾ ਕੇ ਖੁਸ਼ ਰਹਿਣ ਲੱਗੂੰਗਾ, ਇਵੇਂ ਕਦੇ ਨਹੀਂ ਹੁੰਦਾ। ਜਾਂ ਮੇਰੇ ਕੋਲ ਸਾਈਕਲ ਆ ਤੇ ਕਾਰ ਆਵੇਗੀ ਫਿਰ ਮੈਂ ਖੁਸ਼ ਰਹੂੰਗਾ, ਇਵੇਂ ਬੰਦਾ ਖੁਸ਼ ਨਹੀਂ ਰਹਿ ਸਕਦਾ। ਜੋ ਤੁਹਾਡੇ ਕੋਲ ਹੈ ਉਹਦੇ ਵਿੱਚ ਖੁਸ਼ ਰਹਿਣਾ ਹੀ ਅਸਲੀ ਬੰਦਗੀ ਆ। ਆਪਣੇ ਆਪ ਵਰਗਾ ਹੋਣ 'ਚ ਜੋ ਆਨੰਦ ਹੈ, ਉਹਦੇ ਵਰਗੀ ਦੂਜੀ ਕੋਈ ਰੀਸ ਨਹੀਂ ਹੁੰਦੀ। ਤੁਸੀਂ ਆਪਣੇ ਆਪ ਵਰਗੇ ਹੋ, ਤੁਹਾਨੂੰ ਕੀ ਲੋੜ ਆ ਦੂਜਿਆਂ ਵਰਗੇ ਹੋਣ ਦੀ। ਪਰਮਾਤਮਾ ਨੇ ਹਰ ਇਨਸਾਨ ਨੂੰ ਬੜਾ ਨਿਆਰਾ ਬਣਾਇਆ, ਦੂਜਿਆਂ ਨਾਲੋਂ ਵੱਖ ਬਣਾਇਆ। ਇਸ ਕਰਕੇ ਤੁਹਾਨੂੰ ਕੋਈ ਲੋੜ ਨਹੀਂ ਦੂਜਿਆਂ ਵਰਗੇ ਬਣਨ ਦੀ, ਦੂਜਿਆਂ ਵਰਗੇ ਦਿਖਣ ਦੀ। ਤੁਸੀਂ ਜੋ ਵੀ ਹੋ, ਤੁਸੀਂ ਆਪਣੇ ਆਪ 'ਚ ਅਲੱਗ ਹੋ, ਇੱਕ ਨਿਆਰੇ ਹੋ। ਕਰਤੈ ਪੁਰਖ ਤਾਲ ਦਿਵਾਇਆ, ਪਿੱਛੇ ਲਗ ਚੱਲੀ ਮਾਇਆ। ਮੇਰੇ ਪ੍ਰਭ ਸਾਚੇ ਇੱਕ ਖੇਲ ਰਚਾਇਆ, ਕੋਈ ਨਾ ਕਿਸੀ ਜਿਹਾ ਪਾਇਆ। ਰੱਬ ਨੇ ਇੱਕ ਖੇਡ ਬਣਾਈ ਆ, ਉਹਦੇ ਵਿੱਚ ਕੋਈ ਵੀ ਕਿਸੇ ਵਰਗਾ ਨਹੀਂ ਬਣਾਇਆ। ਅੰਗੂਠੇ ਦੇ ਨਿਸ਼ਾਨ ਨੇ, ਇਹ ਕਿਸੇ ਨਾਲ ਨਹੀਂ ਮਿਲਦੇ। ਆਵਾਜ਼ ਆ,
ਇਹ ਕਿਸੇ ਨਾਲ ਹੀ ਕਿਸੇ ਦੀ ਮੇਲ ਖਾਂਦੀ। ਨੈਣ ਨਕਸ਼ ਨੇ ਇਹ ਕਿਸੇ ਨਾ ਕਿਸੇ ਦੇ ਨਹੀਂ ਮੈਚ ਹੁੰਦੇ। ਤਾਂ ਹਰ ਚੀਜ਼ ਕਾਇਨਾਤ ਦੇ ਵਿੱਚ ਜਿਹੜੀ ਆ ਨਿਆਰੀ ਆ। ਜਦੋਂ ਤੁਸੀਂ ਤੁਰਦੇ ਹੋ ਤਾਂ ਕੱਲਾ ਚੰਦਰਮਾ ਜਾਂ ਸੂਰਜ ਤੁਹਾਡੇ ਨਾਲ ਨਹੀਂ ਤੁਰਦੇ, ਪੂਰੀ ਕਾਇਨਾਤ ਤੁਰਦੀ ਆ। ਹਰ ਚੀਜ਼ ਪਰਮਾਤਮਾ ਦੀ ਬਣਾਈ ਤੁਹਾਡੇ ਅੰਦਰ ਹੈ। ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਪੀਪਾ ਪ੍ਰਣਵੈ ਪਰਮ ਤਤ ਹੈ, ਸਤਿਗੁਰ ਹੋਏ ਲਖਾਵੈ। ਇਸ ਕਰਕੇ 5 ਵਾਰ ਗੰਗ ਜਾਏ, 5 ਵਾਰ ਪ੍ਰਾਗ ਨਹਾਏ। ਤੈਸਾ ਪੁੰਨ ਏਕ ਗੁਰ ਸਿੱਖ ਕੋ ਨਿਭਾਏ ਕਾ। ਸਿੱਖ ਕੋ ਭਲਾਈ ਪਾਨੀ ਪਾਉ ਕਰ ਕੁਰ ਖੇਤ। ਅਸਮੇਧ ਜਗ ਫਲ ਸਿੱਖ ਕੋ ਜੀਵਾਏ ਕਾ। ਜੈਸੇ ਸਤ ਮੰਦਰ कंचन के उसार दीने, तैसा पुन सिख को एक शब्द सिखाए का। जैसे 20 बार दर्शन साध किया काहूँ, तैसा फल सिख को चाप पाग सवाए का। इस करके गुरु महाराज भाई गुरदास जी कहते ने, निक्कियां निक्कियां खुशियां तुहानू जिंदगी विच नियारा बनाउंदियां ने। निक्कियां निक्कियां गल्लां वल ध्यान देना तुहानू सिख बनाउंदियां ने। जिमें कोई 5 वार गंगा जावे, बहुत बारी गंगा जावे, बार 5 प्राग नहाए, प्रयागराज विच जाके इशनान करे। इन्ना कुछ करन दी लोड़ नहीं, बहुत वड्डियां गल्लां करन दी लोड़ नहीं, निक्कियां गल्लां ही तुहानू गुरु वाला बना सकदियां ने। तैसा पुण्य एक गुर सिख को निभाएगा। किसी गुरसिख नू इशनान करन लई जल दे देना ਜਾਂ ਪਾਣੀ ਪਿਲਾ ਦੇਣਾ, ਇੰਨੇ ਪੁੰਨ ਉਹਨੂੰ 50 ਵਾਰੀ ਜੇ ਕੋਈ ਗੰਗਾ ਜਾਏ ਉਹਦੇ ਕਰਕੇ ਮਿਲ ਜਾਣਗੇ। ਜੇ ਇੱਕ ਵਾਰੀ ਤੁਸੀਂ ਕਿਸੇ ਰੱਬ ਦੇ ਪਿਆਰੇ ਨੂੰ ਜਲ ਛਕਾ ਦੋਗੇ ਜਾਂ ਇਸ਼ਨਾਨ ਕਰਵਾ ਦੋਗੇ। ਸਿੱਖ ਕੋ ਪਿਲਾਏ ਪਾਣੀ ਭਾਉ ਕਰ ਕੁਰ ਖੇਤ, ਅਸਮੇਧ ਜਗ ਫਲ ਸਿੱਖ ਕੋ ਜਿਵਾਏ ਕਾ। ਕਹਿੰਦੇ ਲੋਕ ਅਸਮੇਧ ਜਗ ਕਰਦੇ ਸੀ ਪੁਰਾਤਨ ਸਮਿਆਂ 'ਚ। ਬਹੁਤ ਖਰਚਾ ਹੁੰਦਾ ਸੀ ਉੱਤੇ, ਬਹੁਤ ਵੱਡਾ ਜੱਗ ਹੁੰਦਾ ਸੀ, ਅਸਮੇਧ ਜੱਗ ਉਹਨੂੰ ਕਹਿਣਾ। ਕਹਿੰਦੇ ਕਰਨ ਦੀ ਲੋੜ ਨਹੀਂ। ਕਿਸੇ ਭੁੱਖੇ ਨੂੰ ਤੁਸੀਂ ਪ੍ਰਸ਼ਾਦਾ ਛਕਾ ਦਿੱਤਾ, ਕਿਸੇ ਗਰੀਬ ਬੱਚੇ ਦੀ ਫੀਸ ਭਰ ਦਿੱਤੀ, ਕਿਸੇ ਨੂੰ ਪੈਰਾਂ ਵਿੱਚ ਪਹਿਨਣ ਲਈ ਜੋੜਾ ਲੈ ਦਿੱਤਾ, ਤਾਂ ਸਮਝ ਲੈਣਾ ਅਸਮੇਧ ਜੱਗ ਤੁਹਾਡਾ ਹੋ ਗਿਆ ਵਾ। ਜੈਸੇ ਸਤ ਮੰਦਰ ਕੰਚਨ ਕੇ ਉਸਾਰ ਦੀਨੇ, ਤੈਸਾ ਪੁੰਨ ਸਿੱਖ ਕੋ ਇੱਕ ਸ਼ਬਦ ਸਿਖਾਏਗਾ। ਕਹਿੰਦੇ ਜਿਵੇਂ ਕੋਈ 100 ਮੰਦਰ ਪਹਿਲਾਂ ਸੋਨੇ ਦੇ ਬਣਾਵੇ, ਇੰਨੇ ਮੰਦਰ, 1 ਨਹੀਂ 2 ਨਹੀਂ 3 ਨਹੀਂ 100 ਮੰਦਰ, ਉਹ 100 ਮੰਦਰ ਬਣਾ ਕੇ ਫਿਰ ਦਾਨ ਕਰ ਦੇਵੇ। ਕਹਿੰਦੇ ਇੰਨਾ ਪੁੰਨ ਜਿਹਨੂੰ ਮਿਲਦਾ ਉਹ ਇਵੇਂ ਹੀ ਮਿਲ ਜੂਗਾ। 100 ਮੰਦਰ ਬਣਾ ਕੇ ਸੋਨੇ ਦੇ ਦਾਨ ਕਰਨ ਦੀ ਲੋੜ ਨਹੀਂ। ਤੈਸਾ ਪੁੰਨ ਸਿੱਖ ਕੋ ਇੱਕ ਸ਼ਬਦ ਸਿਖਾਏਗਾ। ਕਿਸੇ ਅਨਪੜ੍ਹ ਵਿਅਕਤੀ ਨੂੰ, ਕਿਸੇ ਬੱਚੇ ਨੂੰ ਇੱਕ ਸ਼ਬਦ ਸਿਖਾ ਦਿਓ ਗੁਰਬਾਣੀ ਦਾ, ਤਾਂ ਤੁਹਾਨੂੰ ਇੰਨਾ ਫਲ ਮਿਲੇਗਾ ਕਿ ਤੁਸੀਂ 100 ਮੰਦਰ ਬਣਾਏ ਸੋਨੇ ਦੇ ਤੇ ਉਹ ਦਾਨ ਕਰਤੇ। ਇੱਕ ਸ਼ਬਦ ਦੇ ਨਾਲ ਹੀ ਇੰਨਾ ਪੁੰਨ ਮਿਲ ਜੇਗਾ। ਮੈਂ ਕਹਿ ਰਿਹਾ ਹਾਂ, ਨਿੱਕੀਆਂ ਨਿੱਕੀਆਂ ਖੁਸ਼ੀਆਂ, ਨਿੱਕੀਆਂ ਨਿੱਕੀਆਂ ਗੱਲਾਂ ਵੱਡੀਆਂ ਗੱਲਾਂ ਤੋਂ ਚੰਗੀਆਂ ਹੁੰਦੀਆਂ ਨੇ, ਜਿਹੜੀਆਂ ਅਸੀਂ ਕਰਦੇ ਹਾਂ ਪਰ ਉਹ 'ਚ ਅਸੀਂ ਪੂਰੇ ਨਹੀਂ ਹੁੰਦੇ। ਇਸ ਕਰਕੇ ਅਖੀਰਲੀ ਪੰਕਤੀ ਵਿੱਚ ਕਹਿੰਦੇ ਨੇ, ਜੈਸੇ 20 ਵਾਰ ਦਰਸ਼ਨ ਸਾਧ ਕੀਆ ਕਾਹੂ, ਤੈਸਾ ਫਲ ਸਿੱਖ ਕੋ ਚਾਪ ਪੱਗ ਸੋਏਗਾ। ਕਹਿੰਦੇ ਜੇ ਤੁਸੀਂ ਕੋਈ ਸਾਧੂ ਰਹਿੰਦਾ ਬੜੀ ਦੂਰ ਨਗਰ ਤੋਂ, ਉਹਦੇ ਕੋਲ ਕੋਈ ਜਾਂਦਾ 20 ਵਾਰ ਚਲਿਆ ਗਿਆ, ਤੇ ਮੈਂ ਇੱਕ ਸਿੱਖ ਕੋਲ ਬੈਠਿਆਂ ਦਾ ਫਾਲਾ, ਜੇ ਗੁਰੂ ਕੋਲ ਬੈਠਿਆਂ ਦਾ, ਜੇ ਗੁਰੂ ਦੀ ਆਪਾਂ ਗੱਲ ਹੀ ਮੰਨ ਲਈਏ, ਗੁਰੂ ਦੀ ਗੱਲ ਹੀ ਸੁਣ ਲਈਏ। ਇਸ ਕਰਕੇ ਜ਼ਿੰਦਗੀ ਦੁੱਖਾਂ ਦਾ ਘਰ ਹੈ। ਇਹ 'ਚ ਬਹੁਤ ਦੁੱਖ ਹੋਣਗੇ। ਜੇ ਸੁੱਖ ਨੇ ਉਹ ਸਮਾਂ ਪਾ ਕੇ ਦੁੱਖ ਬਣ ਜਾਣਗੇ। ਸੁੱਖ ਮੰਗਤ ਦੁੱਖ ਆਗਲ ਹੋਏ, ਖੁਸ਼ੀਆਂ ਗਮੀਆਂ ਬਣ ਜਾਣਗੀਆਂ, ਹਾਸੇ ਰੋਣੇ ਬਣ ਜਾਣਗੇ, ਖੇਡਣਾ ਮੁਰਝਾਉਣਾ ਬਣ ਜਾਏਗਾ। ਫੂਲ ਖਿਲਤਾ ਹੈ, ਸ਼ਾਇਰ ਕਹਿੰਦਾ ਫੂਲ ਖਿਲਤਾ ਹੈ मुरझाने का तखैयर लेकर, जिसे हंसता हुआ पाओगे वो परेशान होगा। इस करके कहते फुल खिड़िया ही तो सी, पहला उन्हें कसम खाधी सी मैं मुरझाऊंगा,
ਪਹਿਲਾਂ ਉਹਨੇ ਕਿਹਾ ਸੀ ਮੈਂ ਮੁਰਝਾਊਂਗਾ, ਫੇਰ ਹੀ ਉਹਨੂੰ ਆਗਿਆ ਮਿਲੀ ਵੀ ਤੂੰ ਖਿੜ। ਤਾਂ ਇਸ ਕਰਕੇ ਨਾ ਇਹ ਚੀਜ਼ਾਂ ਜਿਹੜੀਆਂ ਨੇ ਵੱਡੀਆਂ ਖੁਸ਼ੀਆਂ 'ਚ ਨਾ ਤੁਸੀਂ ਲੱਭਣ ਤੁਰ ਜਾਣਾ। 100 ਦਾ ਅੰਕੜਾ ਇੱਕ ਨਾਲੋਂ ਵੱਡਾ ਹੁੰਦਾ। 100 ਨਿੱਕੀਆਂ ਨਿੱਕੀਆਂ ਖੁਸ਼ੀਆਂ ਇੱਕ ਵੱਡੀ ਖੁਸ਼ੀ ਤੋਂ ਵੱਡੀਆਂ ਹੁੰਦੀਆਂ ਨੇ। ਇਨਸਾਨ ਕਹਿੰਦਾ ਉਹਨੂੰ ਪਹਿਲਾਂ ਇੱਕ ਵੱਡੀ ਖੁਸ਼ੀ ਮਿਲੇ, ਵੱਡੀ ਖਬਰ ਮਿਲੇ ਤੇ ਫਿਰ ਉਹ ਖੁਸ਼ ਹੋਊਗਾ। ਨਿੱਕੀਆਂ ਖੁਸ਼ੀਆਂ ਨੂੰ ਅਸੀਂ ਵਿਸਾਰ ਹੀ ਦਿੰਦੇ ਹਾਂ। ਸਵੇਰੇ ਅਸੀਂ ਜਾਗਦੇ ਹਾਂ, ਅੱਖ ਖੁੱਲ੍ਹਦੀ ਆ, ਇੱਕ ਵੱਡੀ ਖੁਸ਼ੀ ਦੇ ਬਰਾਬਰ ਹੀ ਆ ਕਿ ਅੱਖ ਖੁੱਲ੍ਹ ਗਈ, ਪਰ ਅਸੀਂ ਇਹਨੂੰ ਦੇਖ ਨਹੀਂ ਪਾਉਂਦੇ। ਫਿਰ ਐਸੇ ਬੰਦੇ ਨੇ ਜਿਨ੍ਹਾਂ ਦੇ ਘਰੇ ਰੋਟੀ ਨਹੀਂ ਹੈਗੀ, ਲੂਣ ਵੀ ਨਹੀਂ ਹੈਗਾ, ਫੁੱਟਪਾਥ 'ਤੇ ਸੌਂਦੇ ਨੇ, ਮੰਜੇ 'ਤੇ ਅਸੀਂ ਸੌਂਦੇ ਹਾਂ। ਇਹ ਆਰਾਮ ਦੇ ਨਾਲ ਸਭ ਕੁਝ ਹੈ, ਪੱਖਾ ਚੱਲਦਾ, ਕੂਲਰ ਨੇ, ਸਾਰੀਆਂ ਸਹੂਲਤਾਂ ਨੇ, ਏਸੀ ਆ, ਪਰ ਅਸੀਂ ਕੀ ਕਰਦੇ ਹਾਂ, ਇਹ ਨਿੱਕੀ ਖੁਸ਼ੀ ਵੱਲ ਧਿਆਨ ਹੀ ਨਹੀਂ ਦਿੰਦੇ। ਨਿੱਕੀਆਂ ਖੁਸ਼ੀਆਂ ਵੱਲ ਸਾਡਾ ਧਿਆਨ ਨਹੀਂ, ਅਸੀਂ ਵੱਡੀ ਖੁਸ਼ੀ ਪਾਲਦੇ ਹਾਂ, ਬਹੁਤ ਵੱਡੀ। ਫਿਰ ਅਸੀਂ ਕਹਿੰਦੇ ਖੁਸ਼ ਹੋਵਾਂਗੇ। ਜਿਹੜਾ ਬੰਦਾ ਵੱਡੀ ਖੁਸ਼ੀ ਲੱਭਣ ਤੁਰਦਾ ਉਹ ਨਿੱਕੀਆਂ ਖੁਸ਼ੀਆਂ ਦਾ ਸ਼ੁਕਰ ਹੀ ਨਹੀਂ ਕਰਦਾ। ਤੇ ਵੱਡੀ ਖੁਸ਼ੀ ਕੀ ਪਤਾ ਕਦੋਂ ਮਿਲੇਗੀ, ਕਦੋਂ ਸਮਾਂ ਬਣੇਗਾ। ਤਾਂ ਹੀ ਇਨਸਾਨ ਕਮਲਾਉਂਦਾ ਮਰਝਾਉਂਦਾ ਇੱਕ ਦਿਨ ਮਰ ਜਾਂਦਾ ਹੈ। ਖੁਸ਼ੀਆਂ ਤੋਂ ਸੱਖਣਾ ਹੋ ਕੇ ਚਲਿਆ ਜਾਂਦਾ ਦੁਨੀਆ ਤੋਂ। ਸਿਮਰ ਦਇਆਲਾ, ਸਭ ਜੀ ਭਏ ਕਿਰਪਾਲਾ। ਤਾਂ ਉਹਦਾ ਸ਼ੁਕਰ ਨਹੀਂ ਕਰਦਾ ਉਹ ਕਿਰਪਾਲੂ ਦਾ। ਜੈ ਜੈਕਾਰ ਗੁਸਾਈ ਜਿਨ ਪੂਰੀ ਬਣਤ ਬਣਾਈ। ਉਹਦੀ ਜੈ ਜੈਕਾਰ ਨਹੀਂ ਕਰਦਾ ਜਿਹਨੇ ਸਾਰੀ ਬਣਤ ਬਣਾਈ। ਇੱਕ ਨਾ ਆਟਾ ਅਗਲਾ, ਇੱਕ ਨਾ ਨਾਹੀਂ ਲੂਣ, ਅੱਗੇ ਗਏ ਸੰਜਾਬ ਸਨ, ਚੋਟਾਂ ਖਾਸੀ ਕੌਣ। ਇਸ ਕਰਕੇ ਇੱਕ ਦੇ ਘਰੇ ਆਟਾ ਬਹੁਤ ਆ, ਇੱਕ ਦੇ ਘਰੇ ਲੂਣ ਵੀ ਵਿਚਾਰੇ ਦੇ ਕੋਈ ਨਹੀਂ। ਇੱਕ ਦੇ ਘਰੇ ਬਹੁਤ ਚੀਜ਼ਾਂ ਨੇ ਖਾਣ ਵਾਸਤੇ, ਪੀਣ ਵਾਸਤੇ, ਸੌਣ ਵਾਸਤੇ। ਇੱਕ ਦੇ ਕੋਲ ਕੰਘੀ ਵੀ ਹੈ ਨਹੀਂ ਸਿਰ ਵਾਹੁਣ ਵਾਸਤੇ, ਲੂਣ ਵੀ ਹੈ ਨਹੀਂ, ਆਟੇ ਦੀ ਗੱਲ ਤਾਂ ਦੂਰ, ਸੌਣ ਲਈ ਮੰਜਾ ਵੀ ਹੈ ਨਹੀਂ। ਤਾਂ ਉਹ ਬੰਦਾ ਜਿਹੜਾ ਘਰ ਵਿੱਚ ਰਹਿੰਦਾ ਉਹ ਸ਼ੁਕਰ ਨਹੀਂ ਕਰ ਪਾ ਰਿਹਾ, ਕਾਰਨ ਉਹ ਵੱਡੀਆਂ ਖੁਸ਼ੀਆਂ ਲੱਭਦਾ। ਉਹ ਬੰਦਾ ਜਿਹੜਾ ਫੁੱਟਪਾਥ 'ਤੇ ਸੌਂਦਾ ਹੈ ਉਹਦੇ ਵੱਲ ਨਹੀਂ ਦੇਖ ਰਿਹਾ ਕਿ ਇਹੋ ਜਿਹੇ ਬੰਦੇ ਵੀ ਹੈਗੇ ਨੇ। ਸ਼ੇਖ ਸਾਦੀ ਜੀ ਨੇ ਆਪਣੇ ਜੀਵਨ ਦੇ ਵਿੱਚ ਇੱਕ ਘਟਨਾ ਲਿਖੀ ਆ। ਬਹੁਤ ਸਾਰੀਆਂ ਪਿਆਰੀਆਂ ਕਿਤਾਬਾਂ ਉਹਨਾਂ ਦੇ ਨਾਮ ਦੇ ਨਾਲ ਜੁੜੀਆਂ ਨੇ। ਗੁਲਿਸਤਾਂ ਹੈ, ਬੋਸਤਾਂ ਹੈ। ਇੱਕ ਤਾਂ ਦਰਅਸਲ ਗੱਲ ਇਹ ਆ ਵੀ ਅਸੀਂ ਪੜ੍ਹਦੇ ਨਹੀਂ ਹੈਗੇ। ਪੜ੍ਹਦੇ ਤਾਂ ਨਹੀਂ, ਸਾਨੂੰ ਕਿਤਾਬਾਂ ਦੀ ਅਹਿਮੀਅਤ ਦਾ ਨਹੀਂ ਪਤਾ ਵੀ ਇਹਨਾਂ 'ਚ ਕਿੰਨਾ ਜਾਦੂ ਆ, ਇਹ ਸਾਡੇ ਜੀਵਨ ਨੂੰ ਕਿਵੇਂ ਬਦਲ ਸਕਦੀਆਂ। ਸਾਨੂੰ ਵਿਸ਼ਵਾਸ ਹੀ ਨਹੀਂ ਇਸ ਗੱਲ 'ਤੇ ਕਿ ਪੰਜਾਬੀ ਦਾ ਸਾਹਿਤ ਜਿਹੜਾ ਗੁਰਮੁਖੀ ਆ, ਗੁਰੂ ਦੀ ਬਾਣੀ ਹੈ, ਸਾਨੂੰ ਬਦਲ ਸਕਦੀ ਆ, ਸਾਡੇ ਜੀਵਨ 'ਚ ਰੰਗ ਭਰ ਸਕਦੀ ਹੈ। ਸਾਨੂੰ ਵਿਸ਼ਵਾਸ ਹੀ ਹੈ ਨਹੀਂ ਹਜੇ। ਤਾਂ ਉਹਨਾਂ ਨੇ ਆਪਦੇ ਜੀਵਨ 'ਚ ਇੱਕ ਗਾਥਾ ਲਿਖੀ ਆ। ਕਹਿੰਦੇ ਕਿ ਮੈਂ ਜਦੋਂ ਬੱਚਾ ਸੀ, ਹੌਲੀ ਹੌਲੀ ਮਾਂ ਨੇ ਮੈਨੂੰ ਲਾਡਾਂ ਦੇ ਨਾਲ ਪਾਲਿਆ, ਵੱਡਾ ਕੀਤਾ। ਕਹਿੰਦੇ ਮੈਂ ਵੱਡਾ ਹੋਇਆ ਜਦੋਂ ਤੇ ਨਾ ਉਦੋਂ ਬਾਅਦ ਮੈਂ ਗੁੱਸੇ 'ਚ ਰਹਿਣ ਲੱਗ ਗਿਆ। ਜਵਾਨੀ ਸੀ, ਇਨਸਾਨ ਨੂੰ ਲੱਗਦਾ ਹੈ ਵੀ ਉਹਦੇ 'ਤੇ ਇਕੱਲੇ 'ਤੇ ਜਵਾਨੀ ਆਉਂਦੀ ਆ, ਉਹ ਜੋਸ਼ ਵਿੱਚ ਆ ਜਾਂਦਾ, ਹੋਸ਼ ਤੋਂ ਫਿਰ ਕੰਮ ਨਹੀਂ ਲੈਂਦਾ। ਕਹਿੰਦੇ ਮਾਂ ਨੇ ਰੋਟੀ ਬਣਾ ਕੇ ਦੇਣੀ, ਰੋਟੀ ਜਦੋਂ ਮੈਂ ਖਾਣੀ ਤੇ ਕਈ ਵਾਰੀ ਕੋਈ ਚੀਜ਼ ਵਿੱਚ ਘੱਟ ਪੈ ਹੀ ਜਾਂਦੀ ਆ, ਕਈ ਵਾਰੀ ਲੂਣ ਵੱਧ ਪੈ ਜਾਂਦਾ, ਘੱਟ ਹੋ ਜਾਂਦਾ। ਤਾਂ ਇਹ ਕਈ ਵਾਰੀ ਬੰਦੇ ਨੂੰ ਪਤਾ ਨਹੀਂ ਲੱਗਦਾ। ਇਹਨਾਂ ਚੀਜ਼ਾਂ ਦਾ ਬਣਾਉਂਦਿਆਂ ਵਾਲਿਆਂ ਤੋਂ ਹੀ ਗਲਤੀਆਂ ਹੋਣਗੀਆਂ। ਇਹਨੇ ਕੁਝ ਬਣਾਉਣਾ ਨਹੀਂ, ਉਦੋਂ ਗਲਤੀ ਕੀ ਹੋਊਗੀ। ਉਹੀ ਬੰਦਾ ਗਲਤੀ ਕਰੂਗਾ ਜਿਹੜਾ ਕੁਝ ਕਰਦਾ, ਜਿਹੜਾ ਪਿਆਰ ਆਰਾਮ ਦੇ ਨਾਲ ਉਹ ਕੋਈ ਗਲਤੀ ਨਹੀਂ ਕਰੇਗਾ। ਤਾਂ ਕਹਿੰਦੇ ਮਾਂ ਤੋਂ ਇੱਕ ਦਫਾ ਲੂਣ ਵੱਧ ਪੈ ਗਿਆ, ਮੈਂ ਥਾਲੀ ਵਗਾ ਕੇ ਮਾਰੀ। ਕਹਿੰਦੇ ਮੈਂ ਬਹੁਤ ਗੁੱਸੇ ਵਿੱਚ ਆ ਗਿਆ ਤੇ ਸਟੇਸ਼ਨ 'ਤੇ ਆ ਗਿਆ ਵੀ ਹੁਣ ਮੈਂ ਘਰੇ ਨਹੀਂ ਰਹਿਣਾ, ਮੈਂ ਚਲਿਆ ਜਾਣਾ। ਬੰਦਾ ਇਵੇਂ ਕਰਦਾ। ਕਹਿੰਦੇ ਪੂੰਰ ਤਾਪ ਗੇਰੀ ਕੇ ਬਸਤਰਾ, ਆਪਦਾ ਕਾ ਮਾਰਿਆ ਗ੍ਰਹਿ ਤੇ ਨਸਤਾ। ਘਰੇ ਦੁੱਖ ਹੋਵੇ, ਬੰਦਾ ਦੁਖੀ ਹੋਵੇ, ਜੀ ਕਰਦਾ ਬਾਹਰ ਚਲਿਆ ਜਾਵਾਂ ਘਰ ਛੱਡ ਕੇ। ਬਾਣੀ ਕਹਿੰਦੀ ਪੂੰਰ ਤਾਪ ਗੇਰੀ ਕੇ ਬਸਤਰਾ, ਆਪਦਾ ਕਾ ਮਾਰਿਆ ਗ੍ਰਹਿ ਤੇ ਨਸਤਾ। ਦੇਸ ਛੋੜ ਪਰਦੇਸੈ ਧਾਇਆ, ਪੰਜ ਚੰਡਾਲ ਨਾਲੇ ਲੈ ਆਇਆ। ਕਹਿੰਦੇ ਘਰੋਂ ਬਾਹਰ ਆਉਂਦਾ, ਚੰਡਾਲ ਜਿਹੜੇ ਉਹਦੇ ਅੰਦਰ ਹੁੰਦੇ ਆ, ਗੁੱਸਾ ਉਹ ਤਾਂ ਨਾਲ ਹੀ ਆ ਜਾਂਦਾ। ਬੰਦਾ ਜਿੱਥੇ ਮਰਜੀ ਜਾਵੇ,
ਜਿਹੜਾ ਕੁਝ ਉਹਦੇ ਅੰਦਰ ਆ ਉਹ ਨਾਲ ਹੀ ਲੈ ਕੇ ਜਾਊਗਾ। ਇਹ ਤੁਹਾਡੇ ਅੰਦਰ ਸਵਰਗ ਆ, ਤੁਸੀਂ ਜਿੱਥੇ ਜਾਓਗੇ ਸਵਰਗ ਤੁਹਾਡੇ ਨਾਲ ਜਾਣਾ। ਜੇ ਤੁਹਾਡੇ ਅੰਦਰ ਨਰਕ ਆ, ਜਿੱਥੇ ਜਾਓਗੇ ਨਰਕ ਨਾਲ ਜਾਣਾ। ਇਸ ਸਟੇਸ਼ਨ ਤੇ ਕਹਿੰਦੇ ਮੈਂ ਆ ਗਿਆ। ਗੁੱਸਾ ਸੀ ਅੰਦਰ, ਕ੍ਰੋਧ ਸੀ, ਸਮਾਂ ਪਾ ਕੇ ਠੰਡਾ ਹੋਣਾ ਸੀ। ਕਹਿੰਦੇ ਉੱਥੇ ਇੱਕ ਭਿਖਾਰੀ ਆਇਆ, ਉਹਦੇ ਕੋਲ ਪਾਟਿਆ ਹੋਇਆ ਝੋਲਾ, ਪਾਟੇ ਹੋਏ ਉਹਦੇ ਕੱਪੜੇ। ਉਹਨੇ ਆਪਣੇ ਪਾਟੇ ਹੋਏ ਝੋਲੇ ਦੇ ਵਿੱਚੋਂ ਰੋਟੀ ਕੱਢੀ ਆ ਤੇ ਕੌਲੀ ਲੈ ਕੇ ਤੇ ਪਾਣੀ ਭਰਿਆ। ਜਿਹੜੀਆਂ ਸਟੇਸ਼ਨ ਤੇ ਲੱਗੀਆਂ ਹੁੰਦੀਆਂ ਨੇ ਟੂਟੀਆਂ, ਉਹਨਾਂ ਤੋਂ ਪਾਣੀ ਲੈ ਕੇ ਤੇ ਉਹਨੇ ਕੀ ਕੀਤਾ ਕਿ ਰੋਟੀ ਦੀ ਬੁਰਕੀ ਤੋੜੀ ਇੱਦਾਂ, ਤੇ ਉਹਨੇ ਫਿਰ ਬਾਅਦ ਵਿੱਚ ਪਾਣੀ 'ਚ ਡਬੋ ਖਾਣੀ ਸ਼ੁਰੂ ਕਰ ਦਿੱਤੀ। ਕਹਿੰਦੇ ਉੱਥੇ ਮੇਰੀ ਆ ਨਿਕਲ ਗਈ ਦੇਖ ਕੇ, ਇੱਕ ਨਾ ਆਟਾ ਅਗਲਾ, ਇੱਕ ਨਾ ਹੀ ਲੂਣ। ਬੁਰਕੀ ਤੋੜੇ, ਪਾਣੀ 'ਚ ਡਬੋਵੇ ਤੇ ਖਾ ਲੇ। ਰੋਟੀ ਵੀ ਸੁੱਕੀ ਹੋਈ ਸੀ, ਉਹ ਨਰਮ ਹੋ ਜਾਂਦੀ ਸੀ ਪਾਣੀ 'ਚ ਡਬੋ ਕੇ। ਦੇਖਣ ਤੋਂ ਪਤਾ ਲੱਗਦਾ ਸੀ ਕਿ ਕਈ ਦਿਨਾਂ ਦੀ ਹੋਏਗੀ। ਵਾਪਸ ਆਇਆ, ਮਾਂ ਕੋਲੇ ਮਾਫੀ ਮੰਗੀ ਆ। ਕਹਿਣ ਲੱਗਾ, ਮਾਂ ਮੈਂ ਇੰਨਾ ਕੁਝ ਹੋ ਕੇ ਵੀ ਖੁਸ਼ੀਆਂ ਨਹੀਂ ਪਾ ਸਕਿਆ। ਉਹ ਭਿਖਾਰੀ ਇਹਦੇ ਕੋਲ ਦਾਲ ਵੀ ਨਹੀਂ, ਅਚਾਰ ਵੀ ਨਹੀਂ, ਸਬਜ਼ੀ ਵੀ ਨਹੀਂ, ਪਾਣੀ ਨਾਲ ਬੁਰਕੀਆਂ ਲਾ ਕੇ ਖਾ ਰਿਹਾ। ਬੜਾ ਖੁਸ਼ ਸੀ, ਆਨੰਦ 'ਚ ਸੀ, ਵਿਗਾਸ 'ਚ ਸੀ, ਖੇੜੇ 'ਚ ਸੀ, ਚਾਅ 'ਚ ਸੀ। ਮੈਂ ਹੁੰਦੇ ਸੁਣਦੇ ਨਹੀਂ ਖੁਸ਼ ਰਹਿ ਸਕਿਆ, ਉਹ ਨਾ ਹੁੰਦੇ ਵੀ ਖੁਸ਼ ਆ। ਇਸ ਕਰਕੇ ਮੈਂ ਤੁਹਾਨੂੰ ਇਹੀ ਗੱਲ ਕਹਿ ਰਿਹਾ, ਗੁਰਸਿੱਖ ਪਿਆਰਿਓ, ਜਦੋਂ ਤੁਸੀਂ ਚੰਗਾ ਸਾਹਿਤ ਪੜ੍ਹੋਗੇ, ਚੰਗੀਆਂ ਕਿਤਾਬਾਂ ਪੜ੍ਹੋਗੇ, ਉਹ ਤੁਹਾਨੂੰ ਜ਼ਿੰਦਗੀ ਜਿਉਣਾ ਸਿਖਾਉਣਗੀਆਂ। ਇਹ ਨਹੀਂ ਕਹਾਂਗਾ ਵੀ ਤੁਹਾਡੀ ਜ਼ਿੰਦਗੀ ਦੀ ਸਮੱਸਿਆ ਹੱਲ ਕਰ ਦੇਣਗੀਆਂ, ਵੀ ਕਿਤਾਬ ਘਰੇ ਪਈ ਆ ਤੇ ਤੁਹਾਡਾ ਕੋਈ ਸੰਕਟ ਆ ਗਿਆ ਜ਼ਿੰਦਗੀ 'ਚ, ਸਮੱਸਿਆ ਆ ਗਈ ਤੇ ਪਈ ਹੱਲ ਕਰ ਦੇਗੀ। ਨਹੀਂ, ਹੱਲ ਤਾਂ ਨਹੀਂ ਕਰ ਸਕਦੀ, ਪਰ ਉਹ ਸਾਹਮਣਾ ਕਿਵੇਂ ਕਰਨਾ ਉਸ ਸੰਕਟ ਦਾ, ਸਮੱਸਿਆ ਦਾ, ਇਹ ਚੀਜ਼ ਤੁਹਾਨੂੰ ਸਿਖਾਵੇਗੀ। ਚੰਗੀ ਜਿਹੜੀ ਕਿਤਾਬ ਆ, ਚੰਗੇ ਸਾਹਿਤ ਆ ਜਾਂ ਗੁਰਬਾਣੀ ਆ, ਸਮੱਸਿਆਵਾਂ ਦਾ ਸਾਹਮਣਾ ਕਿਵੇਂ ਕਰਨਾ, ਇਹ ਚੀਜ਼ਾਂ ਸਿਖਾਵੇਗੀ। ਜਿਹਨੇ ਸਾਹਮਣਾ ਕਰਨਾ ਆ ਗਿਆ, ਉਹਨੂੰ ਜ਼ਿੰਦਗੀ ਜਿਉਣੀ ਆ ਜਾਂਦੀ ਆ। 100 ਦਾ ਅੰਕੜਾ ਇੱਕ ਦੇ ਨਾਲੋਂ ਹਮੇਸ਼ਾ ਹੀ ਵੱਡਾ ਹੁੰਦਾ ਹੈ। ਇੱਕ ਖੁਸ਼ੀ, ਵੱਡੀ ਖੁਸ਼ੀ ਆਊਗੀ, ਫਿਰ ਖੁਸ਼ ਹੋਵਾਂਗੇ। 100 ਨਿੱਕੀਆਂ ਖੁਸ਼ੀਆਂ ਘਰ 'ਚ ਪਈਆਂ ਨੇ, ਉਹ ਝਾਕਦੇ ਹੀ ਨਹੀਂ, ਵਿਸਾਰ ਦਿੰਦੇ ਆ। ਤਾਂ ਬੰਦਾ ਇੱਦਾਂ ਦਾ ਹੈ, ਤਾਂ ਬੰਦਾ ਇੱਦਾਂ ਦਾ। ਉਹ ਚਾਹੁੰਦਾ ਮੈਨੂੰ ਬਹੁਤ ਵੱਡੀ ਕੋਈ ਖਬਰ ਸੁਣਾਊਗਾ ਨਾ ਅੱਗੇ, ਫਿਰ ਮੈਂ ਜਾ ਕੇ ਖੁਸ਼ ਹੋਊਂਗਾ। ਨਿੱਕੀ ਖੁਸ਼ੀ ਨਾਲ ਕਹਿੰਦਾ ਗੱਲ ਨਹੀਂ ਬਣਦੀ। ਜਿਵੇਂ ਸ਼ੇਖ ਸਾਦੀ ਜੀ ਕਹਿੰਦੇ ਨੇ ਨਾ ਕਿ ਮੈਂ ਇੱਦਾਂ ਦਾ ਸੀ, ਮੈਨੂੰ ਦਿਖਦਾ ਹੀ ਨਹੀਂ ਸੀ ਕਿ ਸਾਡੇ ਘਰੇ ਇੰਨਾ ਕੁਝ ਆ। ਉਹ ਤਾਂ ਜਦੋਂ ਭਿਖਾਰੀ ਨੂੰ ਦੇਖਿਆ, ਜਦੋਂ ਮੰਗਤੇ ਨੂੰ ਵੇਖਿਆ, ਫਿਰ ਕਿਤੇ ਖਿਆਲ ਆਇਆ ਇਵੇਂ ਕਿਤੇ ਸੱਟ ਵੱਜਦੀ ਆ ਗੁਰੂ ਵਾਲੇ ਹਥੌੜੇ ਦੀ, ਗੁਰੂ ਵਾਲੇ ਗਿਆਨ ਦੀ। ਆਤਮਾ ਜਿਹੜੀ ਆ ਫਿਰ ਪਰਮਾਤਮਾ 'ਚ ਵੱਟ ਜਾਂਦੀ ਆ। ਜਦੋਂ ਗੁਰੂ ਦੇ ਹਥੌੜੇ ਦੀ ਸੱਟ ਵੱਜਦੀ ਆ ਗਿਆਨ ਦੀ, ਆਤਮਾ ਪਰਮਾਤਮਾ ਦੇ ਵਿੱਚ ਵੱਟ ਜਾਂਦੀ ਆ, ਲੀਨ ਹੋ ਜਾਂਦੀ ਆ। ਬਹੁਤ ਚੀਜ਼ਾਂ ਐਸੀਆਂ ਨੇ, ਦੁਨੀਆ ਦੇ ਲੋਕ ਐਸੇ ਨੇ, ਉਹਨਾਂ ਨੂੰ ਖੁਸ਼ੀ ਦੀ ਖਬਰ ਵੀ ਨਹੀਂ ਦੇਣੀ ਆਉਂਦੀ, ਗਮੀ ਦਾ ਸੁਨੇਹਾ ਵੀ ਨਹੀਂ ਦੇਣਾ ਆਉਂਦਾ। ਇੱਕ ਲੇਖਕ ਆਖਦਾ ਹੈ, ਕਹਿੰਦੇ ਬੰਦਾ ਐਸਾ, ਕਿਸੇ ਨੂੰ ਖੁਸ਼ੀ ਦੀ ਖਬਰ ਦੇਣੀ ਆ ਨਾ, ਉਹ ਵੀ ਇਹਨੂੰ ਦੇਣੀ ਨਹੀਂ ਆਉਂਦੀ, ਤੇ ਗਮੀ ਦਾ ਸੁਨੇਹਾ ਦੇਣਾ ਉਹ ਵੀ ਇਹਨੂੰ ਕਹਿਣਾ ਨਹੀਂ ਆਉਂਦਾ। ਵੀ ਕਿਸੇ ਨੂੰ ਮਾੜਾ ਸੁਨੇਹਾ ਦੇਣਾ, ਕਿਸੇ ਦੇ ਘਰ ਵਿੱਚ ਕੋਈ ਗੱਲ ਹੋ ਗਈ ਤੇ ਇਹਨੂੰ ਦੇਣਾ ਨਹੀਂ ਆਉਂਦਾ ਸੁਨੇਹਾ। ਗੱਲ ਨੂੰ ਸ਼ਬਦ ਹੀ ਹੈ ਨਹੀਂ ਬੰਦੇ ਕੋਲੇ, ਜਿਨ੍ਹਾਂ ਸ਼ਬਦਾਂ ਦੇ ਨਾਲ ਕਿਸੇ ਦੇ ਅੰਦਰ ਠੰਡ ਪਾ ਸਕੇ। ਉਹ ਤਪਦੇ ਹੋਏ ਬੋਲ ਜ਼ਰੂਰ ਹੈਗੇ ਆ, ਜਿਨ੍ਹਾਂ ਦੇ ਨਾਲ ਕਿਸੇ ਦਾ ਅੰਦਰ ਮਚਾ ਸਕੇ। ਇੱਕ ਰਾਜਾ ਸੀ, ਉਹਦਾ ਇੱਕ ਵਜ਼ੀਰ ਸੀ। ਰਾਜੇ ਨੂੰ ਕਿਸੇ ਨੇ ਲਿਆ ਕੇ ਇੱਕ ਤੋਤਾ ਦੇ ਦਿੱਤਾ ਤੋਹਫੇ ਦੇ ਵਜੋਂ। ਰਾਜਿਆਂ ਨੂੰ ਲੋਕ ਦਿੰਦੇ ਹੀ ਨੇ ਖੁਸ਼ ਕਰਨ ਵਾਸਤੇ, ਤੇ ਵੀ ਸਾਡੇ ਕੰਮ ਆਉਣਗੇ। ਤੋਤਾ ਬੜਾ ਬਹੁਤ ਸੁੰਦਰ ਸੀ, ਰਾਜੇ ਦਾ ਮਨ ਮੋਹਿਆ ਗਿਆ। ਕਹਿੰਦਾ ਇੱਕ ਡਿਊਟੀ ਲਾਓ ਕਰਮਚਾਰੀ ਦੀ ਇਹਦੇ ਤੇ, ਇਹਨੂੰ ਸਾਂਭੇ, ਇਹਨੂੰ ਚੰਗੀਆਂ ਗੱਲਾਂ ਸਿਖਾਵੇ, ਪਰ ਜੇ ਕੁਝ ਇਹਦੇ ਬਾਰੇ ਮੈਨੂੰ ਆ ਕੇ ਮਾੜਾ ਕਿਹਾ ਤੇ ਮੈਂ ਸਜ਼ਾ ਦੇਵਾਂਗਾ। ਤੋਤੇ ਬਾਰੇ ਆ ਕੇ ਮੈਨੂੰ ਕੁਝ ਮਾੜਾ ਨਹੀਂ ਕਹਿਣਾ, ਜੋ ਕੁਝ ਵੀ ਹੋਵੇਗਾ ਇਹਦੇ ਨਾਲ ਸੁਨੇਹਾ ਨਹੀਂ ਦੇਣਾ, ਚੰਗਾ ਹੀ ਮੈਂ ਸੁਣਾਂਗਾ। ਸਮਾਂ ਬੀਤਿਆ,
ਕਰਮਚਾਰੀ ਨੇ ਸਾਂਭਿਆ, ਉਸ ਦਾਸ ਨੌਕਰ ਨੇ ਬੜਾ ਖਿਆਲ ਰੱਖਿਆ। ਉਮਰ ਪੂਰੀ ਹੋ ਗਈ। ਪੰਛੀਆਂ ਦੀ ਉਮਰ ਕੋਈ ਜ਼ਿਆਦਾ ਨਹੀਂ ਹੁੰਦੀ, ਇਨਸਾਨ ਦੀ ਉਮਰ ਤਾਂ ਹੈ 60-70 ਸਾਲ 80 ਸਾਲ, ਇਹ ਪੰਛੀਆਂ ਦੀ ਉਮਰ ਕਿੱਥੇ ਇੰਨੀ ਹੁੰਦੀ ਹੈ। ਤਾਂ ਸਵਾਸ ਉਹਦੇ ਪੂਰੇ ਹੋ ਗਏ। ਜਦੋਂ ਪੂਰੇ ਹੋ ਗਏ ਡਰ ਗਿਆ, ਕਹਿੰਦਾ ਕਿਵੇਂ ਕਹੂੰਗਾ, ਰਾਜੇ ਦਾ ਸਭ ਤੋਂ ਪਿਆਰਾ ਪੰਛੀ ਆ, ਜੇ ਮੈਂ ਕਹੂੰਗਾ ਮਰ ਗਿਆ ਉਹ ਤਾਂ ਮੈਨੂੰ ਸਜ਼ਾ ਦੇਵੇਗਾ। ਤਾਂ ਵਜ਼ੀਰ ਕੋਲ ਚਲਾ ਗਿਆ। ਵਜ਼ੀਰ ਕਹਿੰਦਾ ਤੂੰ ਨਿਸ਼ਚਿੰਤ ਹੋ ਜਾ, ਬੇਫਿਕਰ ਹੋ ਜਾ, ਮੈਂ ਆਪੇ ਸੁਨੇਹਾ ਦਊਂਗਾ ਤੇ ਤੈਨੂੰ ਕੁਝ ਨਹੀਂ ਹੋਵੇਗਾ, ਮੇਰਾ ਯਕੀਨ ਕਰ। ਇਹ ਰਾਜੇ ਕੋਲ ਗਿਆ। ਰਾਜੇ ਨੂੰ ਕਹਿਣ ਲੱਗਾ, ਰਾਜਨ ਤੁਹਾਡਾ ਜਿਹੜਾ ਤੋਤਾ ਹੈ ਜਿਹਨੂੰ ਤੁਸੀਂ ਬਹੁਤ ਪਿਆਰ ਕਰਦੇ ਹੋ, ਉਹ ਸੰਤ ਬਣ ਗਿਆ, ਸਾਧੂ ਬਣ ਗਿਆ। ਰਾਜਾ ਕਹਿੰਦਾ ਕਿਵੇਂ ਹੋ ਜਾਏਗਾ, ਤੁਸੀਂ ਕੀ ਮੇਰੇ ਨਾਲ ਮਜ਼ਾਕ ਕਰ ਰਹੇ ਹੋ, ਇੱਕ ਪੰਛੀ ਸੰਤ ਕਿਵੇਂ ਬਣ ਸਕਦਾ। ਕਹਿੰਦੇ ਜੀ ਉਹਨੇ ਅੱਖਾਂ ਮੀਟੀਆਂ ਹੋਈਆਂ ਨੇ, ਸਮਾਧੀ ਦੇ ਵਿੱਚ ਲੀਨ ਆ, ਬੁਲਾਇਆ ਬੋਲਦਾ ਨਹੀਂ, ਹਿਲਾਇਆ ਹਿਲਦਾ ਨਹੀਂ। ਜਿਵੇਂ ਸਮਾਧੀ 'ਚ ਨਹੀਂ ਲੀਨ ਹੋ ਜਾਂਦੇ ਸਾਧੂ ਜਨ ਰੱਬ ਦੇ ਪਿਆਰੇ, ਇਵੇਂ ਹੋ ਗਿਆ ਬਸ। ਤੇ ਜੇ ਤੁਸੀਂ ਵੇਖਣਾ ਚਾਹੁੰਦੇ ਹੋ ਤਾਂ ਆਓ, ਤਾਂ ਮੈਂ ਤੁਹਾਨੂੰ ਦਿਖਾ ਵੀ ਸਕਦਾ। ਰਾਜਾ ਉਹਦੇ ਨਾਲ ਆਇਆ, ਦੇਖਿਆ, ਇੱਕਦਮ ਸ਼ੌਕ ਦੇ ਵਿੱਚ ਹੋ ਗਿਆ। ਕਹਿੰਦਾ ਇਹ ਤਾਂ ਮਰ ਗਿਆ ਹੈ, ਤੂੰ ਸਿੱਧਾ ਕਿਉਂ ਨਹੀਂ ਆਖਿਆ ਵੀ ਇਹ ਮਰ ਗਿਆ। ਕਹਿੰਦੇ ਇਸ ਕਰਕੇ ਤੁਸੀਂ ਇਹਦੇ ਨਾਲ ਪਿਆਰ ਬਹੁਤ ਕਰਦੇ ਸੀ, ਜੇ ਸਿੱਧਾ ਸਿੱਧਾ ਆਖਦੇ ਤਾਂ ਹੋ ਸਕਦਾ ਤੁਹਾਨੂੰ ਸਦਮਾ ਲੱਗ ਜਾਂਦਾ। ਕੋਈ ਜਿਹਨੂੰ ਅਸੀਂ ਬਹੁਤ ਪਿਆਰ ਕਰਦੇ ਹੋਈਏ, ਮੋਹ ਕਰਦੇ ਹੋਈਏ, ਜਦੋਂ ਉਹਦੀ ਅਚਨਚੇਤ ਮਾੜੀ ਖਬਰ ਮਿਲਦੀ ਹੈ ਸਾਨੂੰ ਦਿਲ ਸਹਿਮ ਜਾਂਦਾ, ਅਸੀਂ ਧੜਕ ਜਾਂਦੇ ਹਾਂ। ਕਈ ਬੰਦੇ ਰੋਂਦੇ ਵੀ ਨਹੀਂ, ਉਹਨਾਂ ਦਾ ਇਹੋ ਜਿਹਾ ਹੁੰਦਾ ਸਦਮਾ ਲੱਗ ਜਾਂਦਾ। ਤਾਂ ਖਬਰ ਸਿੱਖਿਆ ਕੀ ਮਿਲਦੀ ਹੈ, ਕਿਸੇ ਨੂੰ ਕੋਈ ਸੁਨੇਹਾ ਦੇਣਾ ਨਾ, ਉਹਨੂੰ ਸੋਹਣੇ ਢੰਗ ਨਾਲ ਦੇਣਾ ਚਾਹੀਦਾ। ਕਿਸੇ ਨੇ ਕੋਈ ਮਾੜਾ ਸੁਨੇਹਾ ਵੀ ਦੇਣਾ, ਇਵੇਂ ਦਵੋ ਵੀ ਉਹਨੂੰ ਸਦਮਾ ਨਾ ਲੱਗ ਜੇ, ਇਵੇਂ ਦਓ ਕਿ ਬਹੁਤ ਸਲੀਕਾ ਹੋਵੇ ਉਹਦੇ ਵਿੱਚ। ਤਾਂ ਇਸ ਕਰਕੇ 100 ਵੱਡੀਆਂ ਵੱਡੀਆਂ ਖੁਸ਼ੀਆਂ ਅਸੀਂ ਲੱਭਦੇ ਹਾਂ ਵੀ ਫਿਰ ਖੁਸ਼ ਹੋਵਾਂਗੇ, ਨਿੱਕੀਆਂ ਨਿੱਕੀਆਂ 1000 ਖੁਸ਼ੀਆਂ ਅਸੀਂ ਭੁੱਲਦੇ ਜਾ ਰਹੇ ਹਾਂ। ਸਵੇਰੇ ਅੱਖ ਖੁੱਲ੍ਹਦੀ ਆ, ਇਹ ਛੋਟੀ ਖੁਸ਼ੀ ਨਹੀਂ, ਬਹੁਤ ਵੱਡੀ ਖੁਸ਼ੀ ਆ। ਬਹੁਤ ਲੋਕ ਨੇ ਜਿਹੜੇ ਜਾਗਦੇ ਹੀ ਨਹੀਂ, ਮਰ ਜਾਂਦੇ ਨੇ। ਜਿੰਨੇ ਲੋਕ ਰਾਤ ਨੂੰ ਸੌਣ ਜਾਂਦੇ ਨੇ, ਕਹਿੰਦੇ ਕਿ 1 ਲੱਖ ਬੰਦਾ ਉਹਦੀ ਅੱਖ ਹੀ ਨਹੀਂ ਖੁੱਲ੍ਹਦੀ, ਮਰ ਜਾਂਦਾ। ਕੋਈ ਕਿਵੇਂ ਮਰ ਜਾਂਦਾ, ਸੁੱਤੇ ਪਿਆਂ ਦੀ ਮੌਤ ਹੋ ਜਾਂਦੀ ਆ। ਇੱਕ ਸਰਵੇ ਦੱਸਦਾ, ਆਪਾਂ ਉੱਠ ਖੜੇ ਹਾਂ, ਅੱਖ ਖੁੱਲ੍ਹ ਗਈ ਆ, ਮੈਨੂੰ ਨਹੀਂ ਲੱਗਦਾ ਇਦੋਂ ਵੱਡੀ ਖੁਸ਼ੀ ਕੋਈ ਹੋਵੇਗੀ। ਅੱਗੇ ਅਸੀਂ ਭਾਲਦੇ ਹਾਂ ਬਹੁਤ ਵੱਡੀ ਖੁਸ਼ੀ ਮਿਲੂ, ਤਾਂ ਫਿਰ ਬੰਦਾ ਕਹਿੰਦਾ ਮੈਂ ਖੁਸ਼ ਹਾਂ। ਬੱਚੇ ਕਹਿੰਦੇ ਨੇ ਜੇ ਸਾਨੂੰ ਇੱਦਾਂ ਖਬਰ ਮਿਲੂਗੀ ਪਾਸ ਹੋਣ ਦੀ, ਇੰਨੇ % ਨੰਬਰ 95% 99%, ਕਈ ਇੱਦਾਂ ਦੇ ਮੈਂ ਵੇਖਿਆ, ਕਹਿੰਦੇ ਫਿਰ ਅਸੀਂ ਖੁਸ਼ ਹੋਵਾਂਗੇ। 70-80% ਨਾਲ ਕੀ ਗੱਲ ਬਣਦੀ। ਨਿੱਕੀਆਂ ਨਿੱਕੀਆਂ ਖੁਸ਼ੀਆਂ ਵਿੱਚ ਖੁਸ਼ ਰਹਿਣਾ ਸਿੱਖ ਲਵੋ, ਵੱਡੀ ਖੁਸ਼ੀ ਨਾ ਲੱਭਣ ਲੱਗ ਜਾਣਾ। 1 ਤੋਂ 100 ਦਾ ਅੰਕੜਾ ਵੱਡਾ ਹੁੰਦਾ, 100 ਨਿੱਕੀਆਂ ਖੁਸ਼ੀਆਂ ਰੋਜ਼ ਮਿਲਦੀਆਂ ਨੇ, ਉਹਨਾਂ ਵੱਲ ਅਸੀਂ ਧਿਆਨ ਨਹੀਂ ਦੇ ਰਹੇ। ਇੱਕ ਵੱਡੀ ਖੁਸ਼ੀ ਭਾਲਦੇ ਹਾਂ ਵੀ ਆਊਗੀ, ਮਕਾਨ ਨਵਾਂ ਬਣੂਗਾ ਫਿਰ ਖੁਸ਼ ਰਹਾਂਗੇ, ਜੇ ਵੀਜ਼ਾ ਲੱਗੂਗਾ ਬਾਹਰ ਜਾਵਾਂਗੇ ਫਿਰ ਖੁਸ਼ ਰਹਾਂਗੇ। ਇੱਦਾਂ ਨਹੀਂ ਹੁੰਦਾ। ਜਿਹੜੀ ਜ਼ਿੰਦਗੀ ਤੁਹਾਡੇ ਕੋਲ ਆ ਉਹਦੇ ਵਿੱਚ ਰਹਿਣਾ ਸਿੱਖੋ ਖੁਸ਼, ਇਹਨੂੰ ਜ਼ਿੰਦਗੀ ਕਹਿੰਦੇ ਨੇ। ਤੂੰ ਭਾਰੋ ਸੁਆਮੀ ਮੇਰਾ, ਤੂੰ ਬਹੁਤ ਵੱਡਾ ਹੈ ਸੁਆਮੀ। ਭਾਰੋ ਦੇ ਅਰਥ ਨੇ ਵੱਡਾ, ਇਹ ਪੁੰਨ ਪਦਾਰਥ ਤੇਰਾ। ਆ ਜਿਹੜੀਆਂ ਚੀਜ਼ਾਂ ਤੇ ਮੈਂ ਆਰਾਮ ਕਰਦਾ, ਸੌਂਦਾ ਹਾਂ ਤੇ ਖਾਨਾ ਹਾਂ, ਧਰਤੀ 'ਚ ਉਗਦੀਆਂ ਨੇ, ਸਭ ਤੇਰੀਆਂ ਹੀ ਨੇ। ਜਨ ਨਾਨਕ ਏਕ ਧਿਆਇਆ, ਜਿਨ੍ਹਾਂ ਨੇ ਇੱਕ ਨੂੰ ਯਾਦ ਕੀਤਾ ਸਦਾ ਹੀ ਸ਼ੁਕਰ ਕੀਤਾ। ਭਾਵ ਕਿ ਇੱਕ ਨੂੰ ਯਾਦ ਕਰਨਾ ਕੀ ਹੁੰਦਾ, ਸ਼ੁਕਰ ਕਰਨਾ। ਸਾਰੀਆਂ ਚੀਜ਼ਾਂ ਇੱਕ ਤੋਂ ਹੀ ਆ ਰਹੀਆਂ ਨੇ। ਸੂਰਜ ਦੀ ਰੋਸ਼ਨੀ, ਚਾਨਣ ਮੈਂ ਕੁਝ ਕਰ ਰਿਹਾ ਉਦੋਂ ਆ ਰਿਹਾ ਇੱਕ ਤੋਂ। ਚੰਦਰਮਾ ਠੰਡ ਵਰਤਾ ਰਿਹਾ ਉਦੋਂ ਆ ਰਿਹਾ। ਧਰਤੀ 'ਚ ਮੈਂ ਉਗਾ ਰਿਹਾ, ਧਰਤੀ ਵੀ ਉਹਨੇ ਬਣਾਈ ਆ। ਮੇਦਨੀ ਉਹਨੇ ਬਣਾਈ ਆ, ਧਰਤੀ ਉਹਨੇ ਸਾਜੀ ਆ। ਫਸਲਾਂ ਧਰਤੀ ਚੁੱਗਦੀਆਂ ਨੇ, ਸਭ ਇੱਕ ਤੋਂ ਹੀ ਆ ਰਿਹਾ। ਜਨ ਨਾਨਕ ਏਕ ਧਿਆਇਆ, ਸਰਬ ਭਲਾ ਪੁਨ ਪਾਇਆ। ਉਹਨੂੰ ਸਾਰੇ ਸੁੱਖ ਮਿਲ ਗਏ ਨੇ, ਉਹਨੂੰ ਖੁਸ਼ ਰਹਿਣਾ ਆ ਗਿਆ ਬਸ। ਕਹਿਣ ਦਾ ਭਾਵ ਗੁਰੂ ਅਰਜਨ ਦੇਵ ਜੀ ਇਹ ਕਹਿ ਰਹੇ ਨੇ, ਹਰ ਜਨ ਗੁਣ ਗਾਵਤ ਹੱਸਿਆ, ਉਹਨੂੰ ਖੁਸ਼ ਰਹਿਣਾ ਆ ਗਿਆ। ਜਿਨ੍ਹਾਂ ਨੇ ਇੱਕ ਨੂੰ ਯਾਦ ਕੀਤਾ ਉਹ ਹੱਸਦੇ ਹੱਸਦੇ ਨਾਨਕ ਭਗਤਾਂ
ਨਾਨਕ ਭਗਤਾਂ ਨੂੰ ਗੁਰੂ ਨਾਨਕ ਜੀ ਸਦਾ ਵਿਗਾਸ, ਹਮੇਸ਼ਾ ਹੀ ਵਿਗਾਸ 'ਚ ਰਹਿੰਦੇ ਨੇ, ਖੁਸ਼ ਰਹਿੰਦੇ ਨੇ। ਰਹਿਣਾ ਆ ਗਿਆ, ਜ਼ਿੰਦਗੀ ਜਿਉਣੀ ਆ ਗਈ। ਇਸ ਕਰਕੇ ਜ਼ਿੰਦਗੀ ਭਾਵੇਂ ਦੁੱਖਾਂ ਦਾ ਘਰ ਹੈ। ਮਹਾਤਮਾ ਬੁੱਧ ਜੀ ਕਹਿੰਦੇ ਨੇ, ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ, ਜ਼ਿੰਦਗੀ ਭਾਵੇਂ ਦੁੱਖਾਂ ਦਾ ਘਰ ਹੈ, ਸੰਸਾਰ ਦੁੱਖਾਂ ਦਾ ਘਰ ਆ, ਪਰ ਇਹਦੇ ਵਿੱਚ ਨਿੱਕੀਆਂ ਨਿੱਕੀਆਂ ਖੁਸ਼ੀਆਂ ਨੇ, ਬਹੁਤ ਨੇ। ਉਹਨਾਂ ਵੱਲ ਦੇਖੋ, ਰੱਬ ਦਾ ਸ਼ੁਕਰ ਕਰੋ, ਇਵੇਂ ਤੁਹਾਡੀ ਜ਼ਿੰਦਗੀ ਸੋਹਣੀ ਬਣ ਜਾਏਗੀ। ਵੱਡੀ ਖੁਸ਼ੀ ਨੂੰ ਨਾ ਉਡੀਕੋ ਵੀ ਬਹੁਤ ਵੱਡੀ ਖੁਸ਼ੀ ਆਊ ਮੈਂ ਫਿਰ ਖੁਸ਼ ਹੋਊਂਗਾ। ਨਿੱਕੀਆਂ ਖੁਸ਼ੀਆਂ 'ਚ ਖੁਸ਼ ਰਹਿਣਾ ਸਿੱਖ ਲਓਗੇ ਤੇ ਤੁਹਾਡੀ ਜ਼ਿੰਦਗੀ ਸੋਹਣੀ ਬਣ ਜਾਏਗੀ। ਸ਼ੁਕਰ ਕਰਨਾ ਸਿੱਖ ਲਓਗੇ, ਸਬਰ 'ਚ ਆ ਜਾਓਗੇ। ਬਿਨਾਂ ਸੰਤੋਖ ਨਹੀਂ ਕੋ ਰਾਜੈ, ਇਸ ਕਰਕੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਰਾਜੇ ਬਹੁਤ ਹੋਏ, ਕਹਿੰਦੇ ਉਹ ਦੁਖੀ ਗਏ। ਹਰ ਕਾ ਨਾਮ ਜਪਤ ਹੋਏ ਸੁਖੀਆ। ਐਸੇ ਮਾਲਕ ਦਾ ਸ਼ੁਕਰ ਕਰਕੇ ਕੋਈ ਸੁਖੀ ਹੋ ਸਕਿਆ ਹੈ। ਨਹੀਂ ਤਾਂ ਵੱਡੇ ਵੱਡੇ ਰਾਜੇ, ਉਮਰਾਨ, ਐਲਕਾਰ, ਵੱਡੇ ਵੱਡੇ ਉੱਚੀਆਂ ਪਦਵੀਆਂ ਵਾਲੇ ਨਿਰਾਸ਼ ਹੋ ਕੇ ਸ਼ਮਸ਼ਾਨ ਘਾਟ ਗਏ ਨੇ। ਇੰਨੀਆਂ ਕੁ ਬੇਨਤੀਆਂ ਨੂੰ ਆਪ ਜੀ ਸਵੀਕਾਰ ਕਰੋ। ਗੁਰੂ ਸਾਹਿਬ ਜੀ ਦੀ ਜਿਹੜੀ ਸ਼ਾਨ ਹੈ ਬਹੁਤ ਹੀ ਉੱਚੀ ਅਤੇ ਸੁੱਚੀ ਹੈ। ਸਤਿਗੁਰੂ ਜੀ ਕਿਰਪਾ ਕਰਨ, ਕੀਤੀ ਹੋਈ ਵਿਚਾਰ ਹਿਰਦਿਆਂ ਵਿੱਚ ਵਸ ਜਾਵੇ। ਅਸੀਂ ਵੀ ਐਸੇ ਮਾਲਕ ਦਾ ਸ਼ੁਕਰ ਕਰੀਏ, ਨਿੱਕੀਆਂ ਨਿੱਕੀਆਂ ਖੁਸ਼ੀਆਂ ਵਿੱਚ ਖੁਸ਼ ਰਹਿਣਾ ਸਿੱਖੀਏ। ਆਓ ਪਿਆਰ ਦੇ ਨਾਲ ਆਪਾਂ ਉਸ ਪਾਕ ਪਰਵਦਗਾਰ ਇਲਾਹੀ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਕੇ ਆਪਣੇ ਜੀਵਨ ਦੇ ਵਿੱਚ ਰੰਗ ਭਰੀਏ ਜੀ।
ਦੇਹੋ ਸੱਜਣ ਅਸੀਸੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ ਅਰਦਾਸ ਜੀ।